ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸੁਨੀਲ ਵਰਮਾ ਫਰਮ ਹੈਲਥ ਟੌਪ ਲਿਵ ਲਾਈਫ ਇਨ ਅ ਬੈਟਰ ਵਾਈ। ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵੈਲਕਮ, ਸਤਿ ਸ਼੍ਰੀ ਅਕਾਲ ਜੀ। ਤੇ ਕਿਵੇਂ ਹੋ ਸਾਰੇ? ਵਧੀਆ ਹੋ ਆਪਣੇ ਆਪਣੇ ਜਗ੍ਹਾ 'ਤੇ? ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗੁੱਡ ਆਫਟਰਨੂਨ, ਜੋ ਵੀ ਹੈ ਤੁਹਾਡੇ ਉੱਥੇ ਟਾਈਮ ਚੱਲ ਰਿਹਾ ਉਸ ਹਿਸਾਬ ਨਾਲ ਮੇਰੀ ਦੁਆ ਸਲਾਮ ਕਬੂਲ ਕਰਿਓ। ਤੇ ਆਪਾਂ ਲਾਈਵ ਇੱਕ ਵਾਰੀ ਫਿਰ ਹੋ ਚੁੱਕੇ ਹਾਂ ਸ਼ਨੀਵਾਰ ਦੇ ਦਿਨ। ਨਾਰਮਲੀ ਆਪਾਂ ਸ਼ਨੀਵਾਰ ਨੂੰ ਲਾਈਵ ਨਹੀਂ ਹੁੰਦੇ। ਤੁਹਾਡੇ ਇੱਥੇ ਸ਼ਾਇਦ ਜੇ ਤੁਸੀਂ ਡਿਫਰੈਂਟ ਕੰਟਰੀ ਹੋ ਮੇ ਵੀ ਤੁਹਾਡੇ ਇੱਥੇ ਫਰਾਈਡੇ ਹੋ ਸਕਦਾ, ਸਾਡੇ ਇੱਥੇ ਸੈਚਰਡੇ ਆ ਗਿਆ। ਤੇ ਮੰਡੇ ਟੂ ਫਰਾਈਡੇ ਆਪਾਂ ਨਾਰਮਲੀ ਲਾਈਵ ਹੁੰਦੇ ਹਾਂ। ਅੱਜ ਸੈਚਰਡੇ ਨੂੰ ਲਾਈਵ ਹੋਣ ਦਾ ਖਾਸ ਮਕਸਦ ਹੈ ਕਾਜ਼ ਆਪਣੇ ਨਾਲ ਅੱਜ ਆਪਾਂ ਗੈਸਟ ਨੂੰ ਲੈ ਕੇ ਆਏ ਹਾਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਬਹੁਤ ਛੇਤੀ ਉਸ ਗੈਸਟ ਨਾਲ ਆਪਾਂ ਲਾਈਵ ਗੱਲਬਾਤ ਕਰਾਵਾਂਗੇ ਅਤੇ ਉਹਨਾਂ ਨੂੰ ਤੁਸੀਂ ਸਵਾਲ ਜਵਾਬ ਬਿਲਕੁਲ ਮੇਰੇ ਨਾਲ ਨਾਲ ਆਪ ਵੀ ਕਰ ਸਕਦੇ ਹੋ, ਪੁੱਛ ਸਕਦੇ ਹੋ ਉਹਨਾਂ ਦੀ ਫਿਟਨੈਸ ਬਾਰੇ। ਅਤੇ ਮੋਟਾ ਮੋਟਾ ਦੱਸਾਂ, ਵੈਸੇ ਤਾਂ ਸਾਰਿਆਂ ਨੂੰ ਉਹਨਾਂ ਬਾਰੇ ਪਤਾ ਹੀ ਹੈ, ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ। ਸਪੈਸ਼ਲੀ ਜਿੰਨੇ ਕੁ ਆਸਟ੍ਰੇਲੀਆ 'ਚ ਰਹਿੰਦੇ ਨੇ ਤਾਂ ਆਲਮੋਸਟ ਸਾਰਿਆਂ ਨੂੰ ਪਤਾ ਹੈ ਫਿੱਟ ਪੰਜਾਬਣ ਬਾਰੇ, ਯਾਨੀ ਕਿ ਸੰਦੀਪ ਕੌਰ ਬਾਰੇ। ਅਤੇ ਉਹ ਅੱਜ ਆਪਣੇ ਨਾਲ ਲਾਈਵ 'ਚ ਆਉਣਗੇ ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਪੁੱਛਾਂਗੇ ਕਿਵੇਂ ਉਹਨਾਂ ਦੀ ਫਿਟਨੈਸ ਜਰਨੀ ਚੱਲਦੀ ਹੈ, ਕਿਵੇਂ ਉਹਨਾਂ ਨੇ ਸ਼ੁਰੂ ਕੀਤਾ, ਕੀ ਉਹਨਾਂ ਨੂੰ ਮੋਟੀਵੇਟ ਕਰਦਾ, ਕੀ ਖਾਂਦੇ ਕੀ ਪੀਂਦੇ ਨੇ, ਕਿਵੇਂ ਟਾਈਮ ਨੂੰ ਅਕੋਮੋਡੇਟ ਕਰਦੇ ਨੇ। ਉਹ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਆਪਾਂ ਵੇਟ ਕਰਦੇ ਹਾਂ ਜੇ ਉਹ ਸਾਡੇ ਨਾਲ ਆ ਗਏ ਹੁਣੀ। ਸਤਿ ਸ਼੍ਰੀ ਅਕਾਲ ਸੰਦੀਪ ਜੀ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਜੀ, ਵਧੀਆ ਤੁਸੀਂ ਸੁਣਾਓ? ਬਸ ਵਧੀਆ ਜੀ, ਕਿਰਪਾ। ਅਤੇ ਹੋਰ ਸਭ ਠੀਕ ਠਾਕ ਜੀ? ਘਰ ਪਰਿਵਾਰ ਸਭ ਵਧੀਆ? ਹਾਂਜੀ ਬਹੁਤ ਬਿਲਕੁਲ ਬਹੁਤ ਵਧੀਆ। ਧੰਨਵਾਦ ਸੰਦੀਪ, ਤੁਹਾਨੂੰ ਇੰਨਾ ਬਿਜ਼ੀ ਹੋਣ ਦੇ ਲਈ। 5 ਦਿਨ ਤੁਸੀਂ ਕੰਮ ਕਰਦੇ ਹੋ ਜਿਵੇਂ ਤੁਸੀਂ ਦੱਸਿਆ, ਅਤੇ 6ਵੇਂ ਦਿਨ ਤੁਸੀਂ ਸਾਡੇ ਨਾਲ ਇੱਥੇ ਟਾਈਮ ਕੱਢਿਆ, ਬਹੁਤ ਬਹੁਤ ਧੰਨਵਾਦ ਜੀ। ਅਤੇ ਹੋਪਫੁਲੀ ਮੇਰੀ ਆਵਾਜ਼ ਤੁਹਾਨੂੰ ਕਲੀਅਰ ਆ ਰਹੀ ਹੋਊਗੀ ਜੀ ਹਾਂਜੀ ਬਿਲਕੁਲ ਤੁਹਾਨੂੰ? ਕਲੀਅਰ ਆ ਰਹੀ ਹੈ। ਦੈਟਸ ਗੁੱਡ ਜੀ, ਦੈਟਸ ਗੁੱਡ। ਅਤੇ ਆਪਾਂ ਟਿਕਟੋਕ 'ਤੇ ਵੀ ਲਾਈਵ ਹੈ, ਨਾਲ ਆਪਣੇ ਨਾਲ ਰੇਡੀਓ 'ਤੇ ਵੀ ਲਾਈਵ ਹੈ। ਅਰਾਊਂਡ 160 ਪੀਪਲ ਆਪਾਂ ਨੂੰ ਰੇਡੀਓ 'ਤੇ ਸੁਣ ਰਹੇ ਨੇ ਇਸ ਵੇਲੇ। ਅਤੇ ਸਾਡਾ ਆਪ ਦਾ ਹੈਲਥ ਡਰੋਪ ਦਾ ਰੇਡੀਓ ਹੈ, ਅਤੇ ਤੁਸੀਂ ਵੀ ਸਾਡੀ ਐਪ ਹਾਂਜੀ ਡਾਊਨਲੋਡ ਕਰਿਓ ਅਤੇ ਉਹਦੇ ਵਿੱਚ ਤੁਹਾਨੂੰ ਰੇਡੀਓ ਦਾ ਲਿੰਕ ਮਿਲ ਜੂਗਾ, ਉੱਥੋਂ ਤੁਸੀਂ ਗੱਲਬਾਤ ਸੁਣ ਸਕਦੇ ਹੋ। ਆਪਾਂ ਰੋਜ਼ 6 ਵਜੇ ਲਾਈਵ ਹੁੰਦੇ ਆ, ਮੰਡੇ ਟੂ ਫਰਾਈਡੇ। ਅਤੇ ਨਾਲ ਆਪਾਂ ਠੀਕ ਫੇਸਬੁੱਕ 'ਤੇ ਵੀ ਲਾਈਵ ਹੈ, ਅਤੇ ਆਪਾਂ ਅੱਜ ਗੱਲਬਾਤ ਕਰਾਂਗੇ। ਅਤੇ ਜਿਹੜੇ ਮਿਸ ਕਰ ਲੈਣਗੇ ਉਹ ਬਾਅਦ ਚੋਂ ਯੂਟਿਊਬ ਤੋਂ ਵੀ ਸੁਣ ਸਕਦੇ ਆ ਆਪਣੀ ਗੱਲਬਾਤ। ਸੋ ਸੰਦੀਪ, ਆਪਾਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਦੇ, ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ, ਅਤੇ ਆਪਾਂ ਸਿੱਧਾ ਗੱਲਬਾਤ 'ਤੇ ਆਉਂਦੇ ਹਾਂ। ਬਿਕੋਜ਼ ਮੈਨੂੰ ਤੁਹਾਨੂੰ ਇੰਟਰੋਡਿਊਸ ਕਰਾਉਣ ਦੀ ਵੈਸੇ ਲੋੜ ਨਹੀਂ ਹੈ, ਸਭ ਨੂੰ ਪਤਾ ਤੁਹਾਡੇ ਬਾਰੇ। ਯੂ ਆਰ ਅ ਫੇਮਸ ਆਸਟ੍ਰੇਲੀਅਨ ਇਨਫਲੂਐਂਸਰ। ਅਤੇ ਮੈਨੂੰ ਇੰਨੀ ਲੋੜ ਨਹੀਂ ਹੈ, ਬਟ ਫਿਰ ਵੀ ਤੁਸੀਂ ਇੱਕ ਆਪਣਾ ਇੰਟਰੋਡਕਸ਼ਨ ਦੇ ਦਿਓ। ਜਿੰਨੇ ਆਪਣੇ ਨਾਲ ਹਜੇ ਜੁੜੇ ਨੇ, ਹੌਲੀ ਹੌਲੀ ਆਪਣੇ ਨਾਲ ਜੁੜਦੇ ਰਹਿੰਦੇ ਨੇ। ਅਰਾਊਂਡ 43 ਬੰਦੇ ਆਪਣੇ ਨਾਲ ਜੁੜ ਚੁੱਕੇ ਨੇ, ਜਿਹੜੇ ਟਿਕਟੋਕ 'ਤੇ ਨੇ, ਪਲੱਸ ਇੱਧਰ ਰੇਡੀਓ 'ਤੇ ਨਾਲ ਨਾਲ ਆਪਣੇ ਨੇ ਜੀ। ਹਾਂਜੀ। ਥੋੜ੍ਹਾ ਜਿਹਾ ਆਪਣੇ ਆਪ ਨੂੰ ਸੋ ਇੰਟਰੋਡਿਊਸ ਕਰਾ ਦਿਓ। ਸਾਰਿਆਂ ਨੂੰ ਮੇਰਾ ਪੂਰਾ ਨਾਮ ਨਹੀਂ ਪਤਾ ਹੁੰਦਾ ਨਾ, ਲਾਈਕ ਮੇਰੀ ਆਈਡੀ ਦਾ ਯੂਜ਼ਰ ਨੇਮ ਜੋ ਹੈ ਉਸੇ ਨਾਮ ਨਾਲ ਸਾਰੇ ਬੁਲਾਉਂਦੇ, ਬਟ ਮੇਰਾ ਨਾਮ ਹੈਗਾ ਸੰਦੀਪ ਕੌਰ ਤੇ ਆਮ ਫਰਮ ਮੈਲਬਰਨ ਆਸਟ੍ਰੇਲੀਆ। ਤੇ ਪਿੱਛੋਂ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਹਾਂ। ਜੀ, ਤੇ ਪੰਜਾਬ ਤੋਂ ਕਿਹੜੀ ਜਗ੍ਹਾ? ਪੰਜਾਬ ਆਪਣਾ ਹੁਸ਼ਿਆਰਪੁਰ ਏਰੀਆ ਤੇ ਉੱਥੇ ਵਿੱਚ ਅੱਛਾ, ਹੀ ਸਾਡਾ ਪਿੰਡ ਆ ਮਕੇਰੀਆਂ ਤੇ ਓਕੇ। ਕੈਂਪ। ਮਕੇਰੀਆਂ ਦੇ ਹੋ ਤੁਸੀਂ? ਠੀਕ ਠੀਕ। ਹਾਂਜੀ ਸੰਦੀਪ, ਇੱਥੇ ਕਿੰਨੀ ਦੇਰ ਹੋ ਗਈ ਤੁਹਾਨੂੰ ਆਇਆ ਨੂੰ ਮੈਲਬਰਨ ਦੇ ਵਿੱਚ? ਆਸਟ੍ਰੇਲੀਆ ਆਈ ਨੂੰ ਮੈਨੂੰ 13 ਸਾਲ ਹੋ ਗਏ। ਅੱਛਾ, 13 ਸਾਲ ਹੋ ਗਏ ਜੀ ਤੁਹਾਨੂੰ। ਫਿਰ ਤਾਂ ਪੂਰਾ ਉਹ ਸਟਰਗਲ ਵਾਲਾ ਪੀਰੀਅਡ ਲੰਘ ਚੁੱਕਿਆ। ਹਾਂਜੀ ਠੀਕ ਹੈ, ਦੈਟਸ ਗੁੱਡ, ਦੈਟਸ ਗੁੱਡ। ਅਤੇ ਸੰਦੀਪ, ਹੁਣ ਆਪਾਂ ਸਿੱਧੇ ਆਉਂਦੇ ਹਾਂ, ਜਿਹੜੀ ਗੱਲਬਾਤ ਹੈ ਫਿਟਨੈਸ ਬਾਰੇ ਗੱਲ ਕਰਦੇ ਹਾਂ। ਅਤੇ ਮੈਂ ਤੁਹਾਡੀ ਪ੍ਰੋਫਾਈਲ ਵੀ ਚੈੱਕ ਕਰ ਰਿਹਾ ਸੀ, ਪ੍ਰੋਫਾਈਲ ਦੇਖ ਵੀ ਰਿਹਾ ਸੀਗਾ, ਅਤੇ ਓਬਵੀਅਸਲੀ ਪਹਿਲਾਂ ਵੀ ਬਹੁਤ ਵਾਰ ਦੇਖੀ ਹੈ। ਅਤੇ ਇੱਕ ਤਾਂ ਮੈਨੂੰ ਜਿੱਥੋਂ ਅੰਦਾਜ਼ਾ ਲਾਇਆ ਹੈ, ਇੱਕ ਤਾਂ ਤੁਹਾਨੂੰ ਥੋੜ੍ਹਾ ਜਿਹਾ ਫੈਸ਼ਨ ਦਾ ਵੀ ਸ਼ੌਂਕ ਹੈ। ਠੀਕ ਹੈ ਨਾ? ਮਤਲਬ ਥੋੜਾ ਨਹੀਂ ਬਹੁਤ। ਫੈਸ਼ਨ ਦਾ ਜਿਹੜੀ ਸਾਰੀਆਂ ਕੁੜੀਆਂ ਨੂੰ ਹੁੰਦਾ, ਉਹਦੇ ਵਿੱਚ ਕੋਈ ਗਲਤ ਗੱਲ ਨਹੀਂ ਹੈ, ਹੋਣਾ ਵੀ ਚਾਹੀਦਾ। ਠੀਕ ਹੈ ਨਾ? ਹੁਣ ਮੇਰਾ ਕੁਐਸਚਨ ਹੈ ਕਿ ਫਿਟਨੈਸ ਫੈਸ਼ਨ ਦੇ ਵਿੱਚ ਲੈ ਕੇ ਆਈ ਕਿ ਫੈਸ਼ਨ ਫਿਟਨੈਸ ਦੇ ਵਿੱਚ ਲੈ ਕੇ ਆਇਆ? ਆਈ ਥਿੰਕ ਕਿ ਜਦੋਂ ਤੁਸੀਂ ਫਿਟ ਹੁੰਨੇ ਹੋ, ਤੁਸੀਂ ਆਪਣੇ ਆਪ ਨੂੰ ਇੱਕ ਵਧੀਆ ਤਰੀਕੇ ਨਾਲ ਮੀਨਸ ਚਾਹੁੰਦੇ ਆ ਕਿ ਆਪਾਂ ਵੀ ਨਾ ਆਪਣੀ ਬੋਡੀ ਦੇ ਅਕੋਰਡਿੰਗ ਕੱਪੜੇ ਪਾਈਏ। ਜੀ ਸੋ ਜੀ ਜੀ, ਬਿਲਕੁਲ ਜੀ। ਉਹ ਚੀਜ਼ ਤੁਹਾਨੂੰ ਇੰਸਪਾਇਰ ਕਰਦੀ ਹੈ ਨਾ ਹੋਰ ਜ਼ਿਆਦਾ। ਨਹੀਂ, ਇੱਕ ਤੁਸੀਂ ਹੁੰਦਾ ਹਰ ਨਾ ਇੱਕ ਤਰ੍ਹਾਂ ਵਿੱਚ ਦੇ ਕੱਪੜੇ ਪਾ ਸਕਦੇ ਹੋ ਆਪਣੀ ਬੋਡੀ ਦੇ, ਜੇ ਬਿਲਕੁਲ ਤੁਸੀਂ ਫਿਟ ਹੋ ਨਾ ਤੁਸੀਂ ਹਰ ਇੱਕ ਆਊਟਫਿਟ 'ਚ ਵਧੀਆ ਲੱਗੋਗੇ, ਚਾਹੇ ਉਹ ਸੂਟ ਆ ਚਾਹੇ ਉਹ ਐਗਜ਼ੈਕਟਲੀ ਵੈਸਟਰਨ ਆਊਟਫਿਟ ਆ ਜੋ ਵੀ ਆ। ਐਗਜ਼ੈਕਟਲੀ। ਕਹਿੰਦੇ ਨੇ ਕਿ ਜੇ ਤੁਸੀਂ ਫਿੱਟ ਹੋ ਨਾ, ਫਿਰ $10 ਦੀ ਟੀ ਸ਼ਰਟ 'ਚ ਵੀ ਤੁਸੀਂ ਸੋਹਣੀਆਂ ਲੱਗਦੇ ਹੋ, $150 ਦੀ ਲੈਣ ਦੀ ਲੋੜ ਨਹੀਂ ਹੁੰਦੀ। ਸਰ ਸਾਰੀ ਆ ਜਾਂਦੀ ਹੈ ਕਿ ਐਂਡ ਆਫ ਦਾ ਡੇ ਤੁਸੀਂ ਕਿੰਨੇ ਫਿੱਟ ਹੋ, ਬ੍ਰਾਂਡ ਨਹੀਂ ਤੁਸੀਂ ਆਪਣੇ ਮੈਟਰ ਆਪ ਨੂੰ ਕਿਵੇਂ। ਕਰਦਾ, ਹਾਂਜੀ ਤੁਹਾਡੀ ਹਾਂਜੀ, ਬਿਲਕੁਲ ਪਰਸਨੈਲਿਟੀ ਜੀ, ਮੈਟਰ ਕਰਦੀ ਬਿਲਕੁਲ ਬਿਲਕੁਲ। ਸੰਦੀਪ, ਤੁਸੀਂ ਜਿਵੇਂ ਓਬਵੀਅਸਲੀ ਤੁਸੀਂ ਆਲਮੋਸਟ, ਮੈਂ ਦੇਖਿਆ ਤੁਸੀਂ ਆਲਮੋਸਟ ਐਵਰੀ ਸਿੰਗਲ ਡੇ ਇੱਕ ਵੀਡੀਓ ਤਾਂ ਹੁੰਦੀ ਹੈ ਜਿਮ ਦੇ ਵਿੱਚ। ਅਤੇ ਕਿੰਨੇ ਦਿਨ ਜਿਮ ਜਾਂਦੇ ਜੀ। ਹੋ? ਮੈਂ 5 ਦਿਨ ਜਾਂਦੀ ਹਾਂ, ਮੰਡੇ ਟੂ ਫਰਾਈਡੇ, ਬਿਕਾਜ਼ ਮੇਰੀ ਜੌਬ ਵੀ ਮੰਡੇ ਟੂ ਫਰਾਈਡੇ ਹੁੰਦੀ ਹੈ। ਸੋ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੌਬ ਦੇ ਨਾਲ ਨਾਲ ਜਿਮ ਵੀ ਨਾਲ ਦੀ ਨਾਲ ਅਤੇ ਰੂਟੀਨ ਜੌਬ ਤੋਂ ਚੱਲਿਆ ਪਹਿਲਾਂ ਰਹੇ। ਜਾਂਦੇ ਹੋ ਕਿ ਜੌਬ ਤੋਂ ਬਾਅਦ ਚੋਂ ਜਾਂਦੇ ਹੋ? ਜੌਬ ਮੇਰੀ ਆਫਟਰਨੂਨ ਸ਼ੁਰੂ ਹੁੰਦੀ ਹੈ, ਸੋ ਮੈਂ ਦ ਫਸਟ ਥਿੰਗ ਇਨ ਦ ਮਾਰਨਿੰਗ ਮੈਂ ਜਿਮ ਜਾਣਾ ਹੁੰਦਾ ਉੱਠ ਕੇ 10 ਵਜੇ ਉੱਠ ਕੇ। ਮੇਰੀ ਜੌਬ ਲਾਈਕ ਆਫਟਰਨੂਨ 3:30 ਸ਼ੁਰੂ ਹੁੰਦੀ ਹੈ।
ਜੀ, तो ਜੀ। मेरा ਤੇ ਫਿਰ रूटीन 10 बजे ਉਹ ਮੋਟੀਵੇਸ਼ਨ ਕਿੱਥੋਂ ਆਣੀ ਸ਼ੁਰੂ ਗਈ? ਚਲੋ ਹੁਣ ਤਾਂ ਇੱਕ ਰਿਜ਼ਲਟ ਇੱਕ ਨੇਚਰ ਬਣ ਗਈ ਹੈ ਨਾ। ਜਦੋਂ ਪਹਿਲੇ ਟਾਈਮ ਸ਼ੁਰੂ ਕੀਤਾ ਸੀ, ਕਿਉਂਕਿ ਬਹੁਤ ਆਪਣੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਆਫਟਰ ਬੇਬੀਜ਼ ਨੇ, ਉਹਨਾਂ ਦਾ ਥੋੜਾ ਫਿਟਨੈਸ ਵੱਲ ਨੂੰ ਉਸ ਵੇਲੇ ਰੁਝਾਨ ਜ਼ਿਆਦਾ ਹੁੰਦਾ ਆਪਣਾ, ਕਿਉਂਕਿ ਆਪਣੇ ਪੰਜਾਬੀਆਂ ਦੀ ਆਦਤ ਹੈ ਨਾ, ਅਸੀਂ ਰਨਿੰਗ ਮੇਨਟੇਨੈਂਸ 'ਚ ਤਾਂ ਜਾਂਦੇ ਨਹੀਂ ਹੁੰਦੇ। ਅਸੀਂ ਡਾਕਟਰ जी ਕੋਲ ਤੇ ਮਕੈਨਿਕ ਕੋਲ ਉਦੋਂ ਜਾਂਦੇ ਹਾਂ ਜਦੋਂ ਅਸੀਂ ਖਰਾਬ ਹੋ ਜਾਂਦੇ ਹਾਂ। ਤਾਂ बिल्कुल। ਤਾਂ ਜਦੋਂ ਪਹਿਲਾਂ ਸ਼ੁਰੂ ਕੀਤਾ ਸੀ, ਫਸਟ ਟਾਈਮ ਸ਼ੁਰੂ ਕੀਤਾ ਸੀਗਾ, ਤਾਂ ਉਸ ਵੇਲੇ ਕਿੱਦਾਂ ਮੋਟੀਵੇਸ਼ਨ ਆਈ ਸੀ? ਮਤਲਬ ਕਿਵੇਂ ਅਕੋਮੋਡੇਟ ਕੀਤਾ ਸੀ? ਬਿਕੋਜ਼ ਪਹਿਲੇ ਦਿਨ ਤਾਂ ਕੋਈ ਵੀ ਇੰਨਾ ਨਹੀਂ ਹੁੰਦਾ, ਕੋਈ ਕੋਈ ਤੁਹਾਡਾ ਜਿਹਨੂੰ ਤੁਸੀਂ ਫੋਲੋ ਕਰਦੇ ਸੀ, ਕਿਵੇਂ ਕਿਵੇਂ ਸ਼ੁਰੂ ਹੋਇਆ ਹੈ? ਇਹ ਜੀ ਸ਼ੁਰੂ ਇਸ ਤਰੀਕੇ ਨਾਲ ਕਿ ਮੈਨੂੰ ਕਦੇ ਲੱਗਾ ਨਹੀਂ ਸੀਗਾ ਕਿ ਮੈਂ ਓਵਰਵੇਟ ਹੈ ਨਾ, ਬਿਲਕੁਲ ਵੀ ਕਦੇ ਜੀ ਰੀਅਲਾਈਜ਼ ਨਹੀਂ ਹੋਇਆ ਸੀਗਾ। ਤੇ ਮੈਨੂੰ ਕੁਝ ਹੈਲਥ ਇਸ਼ੂਜ਼ ਸੀਗੇ ਤੇ ਉਹਦੇ ਕਰਕੇ ਮੈਨੂੰ ਡਾਕਟਰ ਨੂੰ ਮਿਲਣਾ ਪਿਆ ਤੇ ਸ਼ੀ ਸੈਡ ਕਿ ਤੈਨੂੰ weight ਘਟਾਉਣ ਦੀ ਲੋੜ ਆ, ਜੀ ਤੇ ਜੀ। ਅਦਰਵਾਈਜ਼ ਮੈਡੀਸਨ ਲੈ ਕੇ ਤੇ ਤੁਸੀਂ ਸਾਰੀ ਉਮਰ ਲੱਗੇ ਰਹੋ ਹਨਾ ਖਾਣ ਮੈਡੀਸਨ ਤੇ। ਬਿਲਕੁਲ ਜੀ, ਤੇ ਫਿਰ ਬਿਲਕੁਲ ਉਸ ਇਹ ਚੀਜ਼ ਨਾਲ ਇਹੀ ਮੈਨੂੰ ਚੀਜ਼ ਥੋੜਾ ਹੈ। ਜਿਹਾ realize ਹੋਇਆ। ਹਾਂਜੀ, ਉਸ ਚੀਜ਼ ਨਾਲ ਮੈਨੂੰ ਰੀਅਲਾਈਜ਼ ਹੋਇਆ ਕਿ ਮੈਂ ਮੈਡੀਸਨ ਨਹੀਂ ਖਾਵਾਂਗੀ। ਜਿਵੇਂ ਅੱਜ ਕੱਲ੍ਹ ਲੇਡੀਜ਼ ਨੂੰ ਜ਼ਿਆਦਾ ਪੀਸੀਓਐਸ ਦੀ ਪ੍ਰੋਬਲਮ ਆਉਂਦੀ ਹੈ ਨਾ, ਸੇਮ ਮੈਨੂੰ ਵੀ ਸੀਗੀ। ਜੀ ਤੇ ਉਸ ਚੀਜ਼ ਕਰਕੇ ਮੈਨੂੰ ਆਪਣਾ weight lose ਕਰਨਾ ਪਿਆ ਨਾ, ਤੇ ਫਿਰ ਮੈਨੂੰ ਜਿਮ ਜੁਆਇਨ ਕੀਤੀ ਮੈਂ। ਜੀ 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 ਤੇ ਉਹਦੇ ਨਾਲ ਕੀ ਹੈ, ਜਦੋਂ ਤੁਹਾਨੂੰ ਰਿਜ਼ਲਟ ਮਿਲਣੇ ਸ਼ੁਰੂ ਹੁੰਦੇ ਆ ਤੇ ਤੁਸੀਂ ਖੁਦ ਮੋਟੀਵੇਟ ਹੁੰਦੇ ਆ ਆਪਣੇ ਆਪ ਨੂੰ ਦੇਖ ਕੇ ਨਾ ਵੀ ਯੂ ਲੁੱਕ ਬੈਟਰ ਦੈਨ ਬਿਫੋਰ। ਜੀ ਤੇ ਉਹ ਚੀਜ਼ ਨਾਲ ਫਿਰ ਮੈਂ ਅੱਗੇ ਤੋਂ ਅੱਗੇ ਲੱਗੀ ਵੀ ਮੈਨੂੰ 5 ਸਾਲ ਹੋ ਗਏ ਆ ਨਾ ਕਰਦੀ ਨੂੰ ਵਰਕਆਊਟ। ਜੀ। ਉਹ ਤੁਸੀਂ ਤੇ ਇੰਜੋਏ ਕਰ ਬਸ ਲੱਗ ਗਏ ਨਾ, ਸ਼ੁਰੂ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਕਿ ਜਾ ਰਹੇ ਹੋ ਕਿ ਨਹੀਂ ਜਾ ਰਹੇ, ਹਾਂਜੀ ਮਤਲਬ ਜੇ ਨਹੀਂ ਗਏ ਤਾਂ ਕੁਝ ਕੁਝ ਮਿਸਿੰਗ ਹੁੰਦੀ ਹੈ ਨਾ। ਹਾਂਜੀ, ਸ਼ੁਰੂ ਸ਼ੁਰੂ ਚ ਨਹੀਂ ਹੁੰਦਾ ਸੀ ਨਾ ਰੂਟੀਨ, ਕਈ ਵਾਰ ਨਹੀਂ ਬਣਦਾ ਸੀ, ਆਪਾਂ ਔਨ ਐਂਡ ਆਫ ਚੱਲਦੇ ਆ ਨਾ। ਬਟ ਜੀ ਕੁਝ ਜੀ ਜੀ। ਸਾਲਾਂ ਬਾਅਦ ਜੇ ਤੁਸੀਂ ਲੱਗੇ ਰਹੋ ਵੀ ਤੇ ਕੰਸਿਸਟੈਂਟ ਬਣੇ ਰਹੋ ਤੇ ਫਿਰ ਆਦਤ ਬਣ ਜਾਂਦੀ ਹੈ ਤੁਹਾਡੀ ਨਾ। ਨਹੀਂ, ਇੱਕ ਹੋਰ ਤੇ ਹੈ ਹੁਣ ਸੰਦੀਪ, ਇਹ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਦੇਖੋ ਮੇਰਾ ਜਦੋਂ ਮੈਂ ਸ਼ੁਰੂ ਕੀਤਾ ਸੀ ਨਾ, ਮੇਰਾ 160 ਕਿਲੋ ਦੇ ਕਰੀਬ ਸੀ। ਮੈਂ ਅਰਾਊਂਡ ਜੀ 50-60 ਕਿਲੋ ਦੇ ਕਰੀਬ ਲੂਜ਼ ਕੀਤਾ। ਤੇ 160 ਕਿਲੋ ਦੇ ਕਰੀਬ ਨਾ, ਕੋਈ ਤੁਹਾਨੂੰ ਉਸ ਵੇਲੇ ਰਿਅਲਾਈਜ਼ ਹੀ ਨਹੀਂ ਕਰਵਾਉਂਦਾ ਕਿ ਤੁਸੀਂ ਓਵਰਵੇਟ ਹੋ ਜਾਂ ਇਦਾਂ ਦੀ ਨਾ। ਜੇ ਮੈਂ ਉਸ ਵੇਲੇ ਦੀ ਫੇਸਬੁੱਕ ਤੇ ਵੀ ਫੋਟੋ ਪਾਉਂਦਾ ਸੀ ਨਾ, ਥੱਲੇ ਕਮੈਂਟ ਪਤਾ ਕਿੱਦਾਂ ਦੇ ਆਉਂਦੇ? ਅੱਤ, ਬਹੁਤ ਵਧੀਆ, ਬਹੁਤ ਘੈਂਟ। ਉਹ ਕਿਸੇ ਨੇ ਰਿਅਲਾਈਜ਼ ਹੀ ਨਹੀਂ ਕਰਾਇਆ ਆਪਣੇ ਨਾ, ਪਤਾ ਨਹੀਂ ਕਿਸ ਚੱਕਰ 'ਚ ਰਿਅਲਾਈਜ਼ ਨਹੀਂ ਕਰਾਉਂਦੇ। ਤਾਂ ਮੈਂ ਉਹਨਾਂ ਸਾਰੇ ਜਿੰਨੇ ਕਿ ਮੇਨ ਫਰੈਂਡ, ਜਿੰਨੇ ਕਿ ਨਾ ਆਪਾਂ ਕਹਿ ਸਕਦੇ ਹਾਂ, ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਮਿਹਣਾ ਜ਼ਰੂਰ ਮਾਰਦਾ ਹੁੰਦਾ ਕਿ ਤੁਸੀਂ ਮੇਰੇ ਸੱਚੇ ਦੋਸਤ ਨਹੀਂ ਹੋ, ਤੁਸੀਂ ਮੈਨੂੰ ਨਾ ਪਾਗਲ ਬਣਾਉਂਦੇ ਸੀ ਉਸ ਵੇਲੇ। ਤੁਹਾਡੇ ਨਾਲ ਵੀ ਇਦਾਂ ਹੀ ਪਰ ਮੈਂ ਹੁੰਦਾ? ਬਹੁਤ ਜ਼ਿਆਦਾ ਨਹੀਂ ਕੀਤਾ weight, ਮੇਰਾ 60 ਕੇਜੀ ਸੀਗਾ ਬਿਫੋਰ, ਤੇ ਜੀ ਹੁਣ ਮੇਰਾ 52 51 ਦੇ ਕਰੀਬ ਰਹਿੰਦਾ ਆ। ਜੀ। ਸੋ ਤੇ ਮੈਂ ਫਿਰ 7-8 ਕਿਲੋ ਦੇ। ਹਾਂਜੀ। ਜੀ ਜੀ ਜੀ, ਓਕੇ, 7-8 ਕਿਲੋ। ਤੇ ਸੰਦੀਪ, ਡਾਈਟ ਨੂੰ ਫਿਰ ਕਿਦਾਂ ਅਕੋਮੋਡੇਟ ਕਰਦੇ ਹੋ? ਤੁਹਾਡੇ ਹਿਸਾਬ ਨਾਲ ਕੀ ਹੈ ਕਿ ਡਾਈਟ ਮੇਨ ਚੀਜ਼ ਹੈ ਕਿ ਵਰਕਆਊਟ ਮੇਨ ਚੀਜ਼ ਹੈ? ਦੋਨੇ ਚੀਜ਼ਾਂ ਆਈ ਥਿੰਕ ਨਾਲ ਦੀ ਨਾਲ ਕੰਮ ਕਰਦੀਆਂ ਆ। ਮੈਂ ਇਹੀ ਕਹਾਂਗੀ ਕਿ ਮੈਂ ਬਾਹਰੋਂ ਬਹੁਤ ਘੱਟ ਖਾਂਦੀ, ਘੱਟ ਕੇ ਮੈਂ ਬਿਲਕੁਲ ਨਹੀਂ ਖਾਣਾ ਪਸੰਦ ਕਰਦੀ ਬਾਹਰੋਂ। ਮੈਂ ਜੋ ਵੀ ਜੀ। ਖਾਣਾ ਹੈ ਮੈਂ ਘਰੇ ਬਣਾ ਕੇ ਖਾਂਦੀ ਆ। ਮੈਂ ਸੋ ਮੈਨੂੰ ਦੇਖਿਆ, ਮੈਂ ਕੁਕਿੰਗ ਤੁਹਾਡੀ ਦਾ ਵੀ ਵੀਡੀਓ ਬਹੁਤ ਦੇਖੀ ਹੈ, ਸ਼ੌਂਕ ਤੁਸੀਂ ਆ। ਬਣਾਉਂਦੇ ਵੀ ਵਧੀਆ ਹੋ। ਹਾਂਜੀ। ਤੇ ਤੇ ਫਿਰ ਮੈਂ ਖਾਂਦੀ ਰੋਟੀ ਆ ਵੈਸੇ, ਪਰ ਰੋਟੀ ਦੇ ਜੀ ਨਾਲ ਅਕੰਪਲੀਮੈਂਟ ਹੁੰਦੇ ਲਾਈਕ ਹੈਲਦੀ, ਤੁਸੀਂ ਨਾਲ ਸੈਲਡ ਜ਼ਰੂਰ ਖਾਓ ਰੋਟੀ ਦੇ, ਜੀ ਜਾਂ ਦਹੀਂ ਵਗੈਰਾ ਲੈ ਲਓ ਹਨਾ, ਤੇ ਫਰੂਟਸ ਜੀ ਵਗੈਰਾ ਇੱਕ ਸਰਵ ਜ਼ਰੂਰ ਲਓ ਪੂਰੇ ਦਿਨ ਚ, ਪ੍ਰੋਟੀਨ ਆਪਣਾ ਮੇਨਟੇਨ ਰੱਖੋ ਡਾਈਟ ਦਾ। ਤੇ ਰੋਟੀ ਜੀ। ਕਿਸੇ ਵੀ ਪਾਸੇ ਮਾੜੀ ਨਹੀਂ ਹੈ, ਰੋਟੀ ਮੈਂ ਐਗਜ਼ੈਕਟਲੀ ਲੰਚ ਵਿੱਚ ਇਹੀ ਤੇ ਚੀਜ਼ ਡਿਨਰ ਮੈਂ ਵਿੱਚ ਸਵੇਰ ਦੋਨੇ ਤੋਂ ਲੈ ਕੇ ਖਾਂਦੀ ਹਾਂ। ਸ਼ਾਮ ਤੱਕ ਇਹੀ ਚੀਜ਼ ਕਹਿਣਾ ਕਿ ਰੋਟੀ ਮਾੜੀ ਨਹੀਂ ਹੈ। ਤੇ ਹੁਣ ਤੁਸੀਂ ਰੋਟੀ ਵੀ ਹਾਂਜੀ ਖਾਂਦੇ ਹੋ ਰੈਗੂਲਰ ਬੇਸਿਸ ਤੇ, ਰਾਈਸ ਵੀ ਖਾਂਦੇ ਹੋ, ਤੇ ਨਾਰਮਲ ਸਾਰੇ ਚਾਹ ਵੀ ਪੀਂਦੇ ਹੋ? ਹਾਂਜੀ। ਨਹੀਂ, ਚਾਹ ਚਾਹ ਮੈਂ ਵੀ ਸ਼ੁਰੂ ਪੀਂਦੇ? ਤੋਂ ਪੀਤੀ ਨਹੀਂ ਸੀ, ਚਾਹ ਦੀ ਮੈਂ ਫੈਨ ਹੀ ਨਹੀਂ ਹੈ ਬਿਲਕੁਲ ਵੀ। ਉਹਦਾ ਜੀ ਕੋਈ ਜੀ ਜੀ। ਹੈਲਥ ਨਾਲ ਕੋਈ ਰਿਲੇਟਡ ਉਹ ਨਹੀਂ ਆ। ਬਟ ਮੈਂ ਚਾਹ ਸ਼ੁਰੂ ਤੋਂ ਨਹੀਂ ਕਦੇ ਪੀਤੀ, ਚਾਹ ਕਾਫੀ ਤੇ ਮੇਰੀ ਲਾਈਫ ਚ ਬਿਲਕੁਲ ਨਹੀਂ ਆ। ਓਕੇ, ਦੈਟਸ ਫਿਰ ਤੁਸੀਂ ਸਾਡੇ ਵਾਲੇ ਉਸ ਡਿਪਾਰਟਮੈਂਟ ਚੋਂ ਅਲੱਗ ਆ। ਮੇਰੀ ਤਾਂ ਚਾਹ ਕਾਫੀ ਸਾਰਾ ਦਿਨ ਨਾਲ ਨਾਲ ਚੱਲਦੀ ਹੈ। ਹੁਣ ਵੀ ਮੈਂ ਲਾਈਵ ਹੋਣ ਤੋਂ ਪਹਿਲਾਂ ਹਾਂਜੀ, ਚਾਹ ਲੈ ਕੇ ਆਇਆ, ਦੇਖੋ ਨਾਲ ਕਾਫੀ ਚੱਲਦੀ ਹੈ ਮੇਰੀ ਨਾਲ ਨਾਲ। ਤੇ ਵਧੀਆ ਤੇ ਜੀ, ਆਪਾਂ ਬੈਲੈਂਸ ਰੋਟੀ ਵੀ ਖਾਓ। ਖਾਂਦੇ ਆ। ਹਾਂਜੀ, ਹਾਂਜੀ ਬੈਲੈਂਸ ਡਾਈਟ ਖਾਣੀ ਚਾਹੀਦੀ ਹੈ। ਆਪਣੀ ਪ੍ਰੋਟੀਨ, ਕਾਰਬਸ, ਫੈਟ ਹਰ ਇੱਕ ਦੀ ਕੁਆਂਟੀਟੀ ਲਾਈਕ ਮੇਨਟੇਨ ਰੱਖੋ ਆਪਣੀ, ਕਿਉਂਕਿ ਆਪਣੀ ਬੋਡੀ ਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਸੋ ਜੀ ਡੈਫੀਸ਼ੀਐਂਸੀ ਜੀ। ਆ ਜਾਂਦੀ ਹੈ, ਅਦਰਵਾਈਜ਼ ਆਪਾਂ ਕੋਈ ਚੀਜ਼ ਲੌਂਗ ਟਰਮ ਲਈ ਆਪਾਂ ਅਵੋਇਡ ਕਰ ਦਈਏ ਨਾ, ਕਾਰਬਸ ਅਵੋਇਡ ਕਰ ਦਈਏ ਜਾਂ ਕੋਈ ਵੀ ਬਿਲਕੁਲ ਚੀਜ਼ ਬਿਲਕੁਲ। ਅਵੋਇਡ ਨਾਲੇ ਕਰ ਸਾਡੀ ਦਈਏ। ਬਾਡੀ ਨਾ ਅੱਜ ਕੱਲ ਅੱਜ ਕੱਲ ਨਾ ਬਹੁਤ ਜ਼ਿਆਦਾ, ਮੈਂ ਅੱਜ ਇੱਕ ਮੈਂ ਥੋੜੀ ਜਿਹੀ ਨਾ ਮੈਂ ਵੀਡੀਓ ਬਣਾਉਣੀ ਸੀ ਹੁਣ ਓਟ ਦੇ ਉੱਤੇ। ਤਾਂ ਮੈਂ ਥੋੜੀ ਜਿਹੀ ਸਰਚ ਕਰ ਰਿਹਾ ਸੀਗਾ ਉਹਦੇ ਬਾਰੇ, ਓਟ ਕੀ ਚੀਜ਼ ਹੈ, ਕਿੱਥੋਂ ਬਣਦਾ, ਕਿਵੇਂ ਆਇਆ। ਤੇ ਅੱਜ ਕੱਲ ਲੋਕ ਨਾ ਓਟ ਨੂੰ ਬੜਾ ਪ੍ਰਮੋਟ ਕਰਦੇ ਨੇ, ਤੇ ਹਾਂਜੀ। ਆਪਣੀ ਰੋਟੀ ਨੂੰ ਮਾੜਾ ਕਹੀ ਜਾਂਦੇ, ਓਟ ਨੂੰ ਵਧੀਆ ਕਹੀ ਜਾਂਦੇ। ਜਦ ਕਿ ਮੈਂ ਨਾ ਅੱਜ ਥੋੜੀ ਜਿਹੀ ਹਿਸਟਰੀ ਪੜ੍ਹ ਰਿਹਾ ਸੀ ਓਟ ਬਾਰੇ, ਕਿ ਓਟ ਹੁੰਦਾ ਕੀ ਹੈ। ਬੇਸਿਕਲੀ ਕੀ ਹੈ ਹਾਂਜੀ। ਕਿ ਓਟ ਦੀ ਖੇਤੀ ਯੂਰਪ ਤੇ ਅਮਰੀਕਾ 'ਚ ਹੁੰਦੀ ਸੀਗੀ। ਓਟ ਦੀ ਖੇਤੀ, ਹਮ। ਓਟ ਕਣਕ ਦਾ ਹਿੱਸਾ ਨਹੀਂ ਹੈ, ਕਣਕ ਵਾਂਗ ਇੱਕ ਅਲੱਗ ਤੋਂ ਫਸਲ ਹੁੰਦੀ ਹੈ ਇਹ ਓਟ ਦੀ। ਤੇ ਇਹ ਹਾਂਜੀ। ਉਸ ਏਰੀਆ 'ਚ ਹੁੰਦੀ ਸੀਗੀ। ਤੇ ਉਹਨਾਂ ਦਾ ਜਿਵੇਂ ਆਪਣੇ ਇੰਡੀਆ ਦਾ ਵੀਟ ਰੋਟੀ ਹੈ, ਸਟੈਪਲ ਫੂਡ ਹੈ। ਆਪਣੇ ਇੰਡੀਆ 'ਚ ਤਾਂ ਬਹੁਤ ਸਾਰੀਆਂ ਕਣਕਾਂ ਹੁੰਦੀਆਂ, ਮਤਲਬ ਕਣਕਾਂ ਮਤਲਬ ਕਹਿਣ ਦਾ ਕਾਫੀ ਤਰ੍ਹਾਂ ਦੇ ਗ੍ਰੇਨ ਹੁੰਦੇ ਨੇ, ਜਿਵੇਂ ਵੀਟ ਹੋ ਗਿਆ, ਮੱਕੀ ਦਾ ਹੋ ਗਿਆ, ਰਾਈ ਹੋ ਗਈ, ਹੋਰ ਵੀ ਕਈ ਹੁੰਦੇ ਨੇ। ਗੋਰਿਆਂ ਨੂੰ ਇੰਨਾ ਪਤਾ ਵੀ ਨਹੀਂ ਹੋਣਾ, ਉਹਨਾਂ ਦੇ ਇੰਨੇ ਹੁੰਦੇ ਨਹੀਂ। ਪਰ ਕੀ ਸੀਗਾ, ਇਹ ਅਮਰੀਕਨ ਸੀਗੀ, ਯੂਰਪੀਅਨ ਉਧਰਲੀ ਸਾਈਡ ਇਹ ਖੇਤੀ ਹੁੰਦੀ ਸੀ। ਇਹ ਉਹਨਾਂ ਦਾ ਸਟੈਪਲ ਫੂਡ ਹੈ। ਤੇ ਅਸੀਂ
ਉਹ ਕਿਉਂਕਿ ਓਬਵੀਅਸਲੀ ਅਸੀਂ ਜ਼ਿਆਦਾਤਰ ਆਰਟੀਕਲ ਗੋਰਿਆਂ ਵੱਲੋਂ ਲਿਖੇ ਹੋਏ ਪੜ੍ਹਦੇ ਹਾਂ। ਹਾਂਜੀ ਜਦ ਕਿ ਜੇ ਅਸੀਂ ਦੋਨਾਂ ਚੀਜ਼ਾਂ ਨੂੰ ਕੰਪੇਅਰ ਕਰੀਏ, ਸਾਡੀ ਰੋਟੀ ਜ਼ਿਆਦਾ ਹੈਲਥੀ ਹੈ ਇਨ ਰਿਗਾਰਡ ਟੂ ਲੂਜ਼ weight। ਲੂਜ਼ weight ਦੇ ਬਿਲਕੁਲ ਜੇ ਆਪਾਂ ਗੱਲ ਕਰੀਏ, ਉਹਦੇ 100 ਗ੍ਰਾਮ ਦੇ ਵਿੱਚ ਉਹਦੇ 'ਚ 350 ਤੋਂ 400 ਦੇ ਕਰੀਬ ਕੈਲਰੀਜ਼ ਆ ਜਾਂਦੀਆਂ। ਜੇ ਤੁਸੀਂ weight ਲੂਜ਼ ਕਰਨਾ ਤਾਂ ਤੁਹਾਨੂੰ ਓਟ ਇੱਕ ਬੜੇ ਲਿਮਿਟਿਡ ਅਮਾਊਂਟ 'ਚ ਖਾਣੇ ਪੈਂਦੇ। ਨੋ ਡਾਊਟ ਇਟਸ ਅ ਗੁੱਡ ਇਨ ਫਾਈਬਰ, ਉਸ 'ਚ ਫਾਈਬਰ ਜ਼ਿਆਦਾ ਹੁੰਦਾ, ਉਸ 'ਚ ਪ੍ਰੋਟੀਨ ਜ਼ਿਆਦਾ। ਪਰ ਜੇ ਆਪਾਂ weight ਲੂਜ਼ ਕਰ ਰਹੇ ਹਾਂ, weight ਲੂਜ਼ 'ਚ ਕੈਲਰੀ ਮੈਟਰ ਕਰਦੀਆਂ। ਜੇ ਤੁਸੀਂ 100 ਗ੍ਰਾਮ ਓਟ ਖਾ ਲਏ, ਉਹਦੇ ਨਾਲ 300-350 ਕੈਲਰੀ ਉੱਥੋਂ ਮਿਲ ਗਈਆਂ, ਨਾਲ ਤੁਸੀਂ ਚਾਹ ਦਾ ਕੱਪ ਲੈ ਲਿਆ, ਨਾਲ ਤੁਸੀਂ ਕੁਝ ਹੋਰ ਖਾ ਲਿਆ। ਕਿਉਂਕਿ ਓਟ ਵੈਸੇ ਵੀ ਸਵਾਦ ਨਹੀਂ ਲੱਗਦੇ, ਤੁਸੀਂ ਕੁਛ ਨਾ ਕੁਛ ਉਹਦੇ 'ਚ ਐਡ ਕਰਨਾ ਹੀ ਪੈਂਦਾ। ਤੇ ਹਾਂਜੀ ਆਪਣੇ ਕੀ ਹੋ ਰਿਹਾ ਕਿ ਆਪਣੀ ਡਾਈਟ ਨੂੰ ਮਾੜਾ ਕਹੀ ਜਾ ਰਹੇ ਨੇ, ਦੂਜੇ ਦੀ ਡਾਈਟ ਨੂੰ ਅੱਗੇ ਲਿਆਈ ਜਾ ਰਹੇ ਨੇ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਹਾਂਜੀ ਤੇ ਮੈਂ ਦੇਖਿਆ ਤੁਸੀਂ ਮਿੱਠਾ ਮੁੱਠਾ ਵੀ ਖਾ ਲੈਂਦੇ ਹੋ। ਮਿੱਠੇ ਦੀ ਮੈਂ ਬਹੁਤ ਸ਼ੌਕੀਨ ਆ, ਮੈਂ ਪਰ ਖਾਣੀ ਘਰੇ ਬਣਾ ਕੇ ਹੀ ਨਾ, ਜੋ ਵੀ ਖਾਣਾ ਸਵੀਟ ਚਲੋ ਡਿਸ਼ਸ ਘਰੇ ਖਾਧਾ ਬਾਹਰੇ ਖਾਧਾ। ਤੇ ਗੁਲਾਬ ਜਾਮੁਨ ਉਹੀ ਬਣਾ ਚੀਜ਼ ਹੈ, ਕੇ ਮੈਂ ਸਪੈਸ਼ਲੀ ਤੁਹਾਨੂੰ ਇਹ ਕੁਐਸਚਨ ਇਸ ਕਰਕੇ ਪੁੱਛ ਰਿਹਾ ਕਿ ਆਪਣੇ ਨਾ ਲਾਈਵ ਦੇ ਵਿੱਚ ਜਾਂ ਸਾਡੇ ਕਸਟਮਰ ਜੇ ਗੱਲ ਕरें, ਸਾਡੇ ਜਿਹੜੇ ਨਾਲ ਨੇ ਉਹ ਜ਼ਿਆਦਾਤਰ ਲੇਡੀਜ਼ ਕਸਟਮਰ ਨੇ। ਤੇ ਸਾਨੂੰ ਬਾਰ-ਬਾਰ ਹਾਂਜੀ ਬਾਰ-ਬਾਰ ਉਹਨਾਂ ਨੂੰ ਇਹੀ ਚੀਜ਼ ਕਹਿਣੀ ਪੈਂਦੀ ਹੈ ਕਿ ਬਾਈ ਕੋਈ ਚੀਜ਼ ਮਾੜੀ ਨਹੀਂ ਹੈ, ਨਾ ਲੇਬਲ ਜੀ ਕਰੋ ਗੁੱਡ ਤੇ ਬੈਡ ਨੂੰ। ਜਦੋਂ ਤੁਸੀਂ ਲੇਬਲ ਕਰਨਾ ਸ਼ੁਰੂ ਕਰ ਦਿੰਦੇ ਹੋ, ਤੁਸੀਂ 90% ਪ੍ਰੋਬਲਮ ਕ੍ਰੀਏਟ ਕਰ ਲੈਂਦੇ ਹੋ। ਤੇ ਰੋਟੀ ਹਾਂਜੀ ਮਾੜੀ ਨਹੀਂ ਹੈ, ਚਾਵਲ ਮਾੜੇ ਨਹੀਂ ਹੈ, ਤੁਸੀਂ ਸੈਲਡ ਤੇ ਹੋ ਜਾਂਦੇ ਹੋ। ਆਪਣੇ ਕੀ ਹੈ ਪ੍ਰੋਬਲਮ, ਕੀ ਹੈ ਕਿ ਆਪਣੇ 80 ਤੋਂ 80 ਨਹੀਂ ਕਹਿ ਸਕਦੇ, ਚਲੋ 50-60% ਲੇਡੀਜ਼ ਨੇ ਜਿਹੜੇ ਵੈਜੀਟੇਰੀਅਨ ਨੇ, ਹਾਂਜੀ ਉਹ ਸੈਲਡ ਤੇ ਹੋ ਜਾਂਦੇ ਨੇ। ਗੋਰੇ ਤਾਂ ਵਿੱਚ ਚਿਕਨ ਪਾ ਲੈਣਗੇ, ਫਿਸ਼ ਪਾ ਲੈਣਗੇ, ਬੀਫ ਪਾ ਲੈਣਗੇ, ਕੁਛ ਇਦਾਂ ਦੀ ਚੀਜ਼ ਪਾ ਲੈਣਗੇ, ਸੋਰਸ ਆਫ ਪ੍ਰੋਟੀਨ। ਸਾਡੇ ਵਾਲਿਆਂ ਲਈ ਬਿਲਕੁਲ ਕੁਛ ਨਹੀਂ ਬਚਦਾ, ਸੈਲਡ ਹੀ ਰਹਿ ਜਾਂਦਾ। ਬਾਅਦ ਚੋਂ ਫਿਰ ਪਹਿਲੇ ਕੀ ਸੈਲਡ ਹੁੰਦਾ, ਨਾਲ ਥੋੜੀ ਲੱਗੀ ਹੋਈ। ਬਾਅਦ ਚੋਂ ਕੀ ਹੁੰਦਾ, ਫਿਰ ਉਹ ਕੁਆਂਟੀਟੀ ਅੰਦਰ ਨਹੀਂ ਜਾਂਦੀ, ਫਿਰ ਡੈਫੀਸ਼ੀਐਂਸੀਆਂ ਸ਼ੁਰੂ ਹੋ ਜਾਂਦੀਆਂ ਸਾਰੀਆਂ। ਤੇ ਹਾਂਜੀ ਸੰਦੀਪ, ਹੁਣ ਨਾਲ ਤੁਹਾਡੇ ਮੈਂ ਵੀਡੀਓ 'ਚ ਦੇਖਿਆ, ਉਹ ਤੁਹਾਡੇ ਬ੍ਰਦਰ ਹੁੰਦੇ ਨੇ, ਕੌਣ ਨੇ ਜੀ? ਹਾਂਜੀ ਮੇਰਾ ਛੋਟਾ ਭਰਾ ਆ। ਛੋਟਾ ਭਰਾ ਹੈ, ਰੀਅਲ ਬ੍ਰਦਰ ਹੈ ਜੀ? ਆਈ ਹਾਂਜੀ ਥਿੰਕ ਰੀਅਲ ਆਈ ਥਿੰਕ ਬ੍ਰਦਰ। ਹੀ ਇਜ਼ ਦਾ ਮੇਨ ਲਾਈਕ ਬਿਹਾਈਂਡ ਐਵਰੀਥਿੰਗ। ਕਾਜ਼ ਮੈਂ ਜਿੱਦਾਂ ਮੈਂ ਇਸ ਚੀਜ਼ ਨੂੰ ਬੜਾ ਫੋਲੋ ਕਰਦਾ, ਮੈਂ ਬਲੀਵ ਕਰਦਾ ਕਿ ਕੋਈ ਵਨ ਮੈਨ ਨਹੀਂ ਹੁੰਦਾ। ਦਿਸ ਨੋ ਹਾਂਜੀ ਨੋ ਵਨ ਇਜ਼ ਲਾਈਕ ਸੈਲਫ ਮੇਡ, ਕੁਛ ਨਹੀਂ ਹੁੰਦਾ, ਹਮੇਸ਼ਾ ਇੱਕ ਨਾਲ ਉਹਦੇ ਨਾਲ ਸਪੋਰਟਿਵ ਹੁੰਦਾ। ਤੇ ਆਈ ਬਿਲਕੁਲ ਥਿੰਕ ਯੂ ਆਰ ਲੱਕੀ, ਯੂ ਗੋਟ ਅ ਲਿਟਲ ਬ੍ਰਦਰ ਵਿਦ ਯੂ। ਤੇ ਉਹਨਾਂ ਦੀ ਹਾਂਜੀ ਸਪੋਰਟ ਕਿੰਨੀ ਹੁੰਦੀ ਹੈ ਨਾਲ? ਤੇ ਮੈਂ ਉਹਨੂੰ ਹਾਂਜੀ ਬੁਲਾਇਆ ਸੀ ਇੱਥੇ, ਤੇ ਉਹ 3 ਸਾਲ ਤੋਂ ਮੇਰੇ ਨਾਲ ਹੀ ਰਹਿ ਰਿਹਾ ਆ। ਜੀ ਤੇ ਫਿਰ ਮੈਂ ਪਹਿਲਾਂ ਨਹੀਂ ਸੀ ਉਹ ਜਿਮ ਜਾਂਦਾ, ਤੇ ਜਦੋਂ ਫਿਰ ਇੱਥੇ ਆਇਆ ਫਿਰ ਮੈਂ ਜੁਆਇਨ ਕਰਵਾਈ ਹੈ ਨਾ, ਤੇ ਉਹ ਵੀ ਹੁਣ ਬਹੁਤ ਵਧੀਆ ਕਰ ਰਿਹਾ, ਫੋਲੋ ਅਪ ਸਾਰਾ ਕੁਝ ਨਾ। ਤੇ ਬਹੁਤ ਜੀ ਜੀ ਸਾਰਾ ਜੀ ਇੰਪਰੂਵਮੈਂਟ ਕੀਤੀ ਹੈ ਆਪਣੀ ਮੀਨਸ ਬੋਡੀ ਵਿੱਚ। ਜੀ ਤੇ ਜੀ ਜੀ ਹੀ ਇਜ਼ ਕੰਸਿਸਟੈਂਟ ਐਵਰੀਡੇ, ਜਾਂਦਾ ਹੈ ਜੌਬ ਤੇ ਵੀ ਜਾਂਦਾ ਹੈ ਨਾ, ਤੇ ਜੀ ਵਰਕਆਊਟ ਵੀ ਆਪਣਾ ਡੇਲੀ ਕਰਦਾ, ਮਿਸ ਨਹੀਂ ਕਰਦਾ ਕਦੇ ਵੀ। ਸੋ ਆਪਾਂ ਇੱਕ ਦੂਜੇ ਦੀ ਮੋਟੀਵੇਸ਼ਨ ਆ ਇਸ ਤਰ੍ਹਾਂ। ਨਹੀਂ, ਹੋਣੀ ਵੀ ਚਾਹੀਦੀ ਹੈ। ਮੋਰ ਓਵਰ ਨਾ ਕੀ ਹੁੰਦਾ ਕਿ ਜਦੋਂ ਇੱਕ ਘਰ 'ਚ ਉਹ ਕਹਿੰਦੇ ਕਮਿਊਨਿਟੀ ਵੀ ਹੁੰਦੀ ਹੈ ਨਾ। ਜੇ ਆਪਾਂ ਆਪਣੇ ਅਸੀਂ ਪ੍ਰੋਗਰਾਮ ਦੇ ਵਿੱਚ ਨਾ 7 ਪਿਲਰਸ ਦੀ ਗੱਲ ਕਰਦੇ ਹਾਂ, ਜਿਹੜੀ ਸਾਰੀ ਚੀਜ਼ ਨੂੰ ਜਿਹੜੇ ਪਿਲਰਸ ਹੁੰਦੇ ਨੇ, ਉਹਦੇ 'ਚ ਸਭ ਤੋਂ ਪਹਿਲਾਂ ਆ ਗਿਆ ਤੁਹਾਡੀ ਕਮਿਊਨਿਟੀ ਆ ਗਈ। ਤੁਸੀਂ ਕਿਹਦੇ ਨਾਲ ਵਿਚਰਦੇ ਹੋ, ਕਿਹਦੇ ਨਾਲ ਬਹਿੰਦੇ ਹੋ, ਕਿਹਦੇ ਨਾਲ ਤੁਸੀਂ ਕਿਸ ਨੂੰ ਤੁਹਾਡੇ ਨਾਲ ਰਹਿੰਦਾ ਹੈ। ਕਮਿਊਨਿਟੀ ਸਭ ਤੋਂ ਪਹਿਲਾ ਪਿਲਰ ਹੈ ਜੇ ਤੁਸੀਂ ਕੋਈ ਵੀ ਚੀਜ਼ ਸ਼ੁਰੂ ਹਾਂਜੀ ਕਰਨੀ ਹੈ, ਕਿਉਂਕਿ ਜਿੱਦਾਂ ਦੇ ਬੰਦੇ ਹੁੰਦੇ ਨੇ ਉੱਦਾਂ ਦੀਆਂ ਹੀ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ, ਉੱਦਾਂ ਹੀ ਦਾ ਹੀ ਮਾਈਂਡ ਸੈੱਟ ਹੋ ਜਾਂਦਾ। ਸੋ ਦਾ ਫਰਸਟ ਜੀ ਪਿਲਰ ਇਜ਼ ਯੂਅਰ ਕਮਿਊਨਿਟੀ। ਜੇ ਹਾਂਜੀ ਤੁਹਾਡੀ ਕਮਿਊਨਿਟੀ ਤੁਹਾਡੇ ਨਾਲ ਉਦਾਂ ਦੇ ਰਹਿਣੇ ਹੋਣਗੇ, ਚਲੋ ਭਾਈ ਅੱਜ ਇੱਥੇ ਚੱਲਦੇ ਹਾਂ, ਅੱਜ ਉੱਥੇ ਚੱਲਦੇ ਹਾਂ, ਅੱਜ ਉੱਥੇ ਚੱਲਦੇ ਹਾਂ, ਤਾਂ ਫਿਰ ਤੁਹਾਡੇ ਵੀ ਜਿਮ ਮਿਸ ਹੋ ਜਾਣੇ ਸੀਗੇ। ਤੋ ਆਈ ਥਿੰਕ ਤੁਸੀਂ ਬ੍ਰਦਰ ਨੂੰ ਇਨਫਲੂਐਂਸ ਕਰ ਰਹੇ ਹੋ, ਬ੍ਰਦਰ ਤੁਹਾਨੂੰ ਇਨਫਲੂਐਂਸ ਕਰ ਰਿਹਾ। ਠੀਕ ਹੈ ਨਾ? ਇਸੇ ਤੇ ਕਰਕੇ ਸੰਦੀਪ ਇੱਕ ਵੀਕਡੇਜ਼ ਹੋਰ ਵੀ, ਹਾਂਜੀ ਕੀ ਕਰਿਓ? ਇਸੇ ਲਈ ਮੈਂ ਵੀਕਡੇਜ਼ ਜਿਮ ਦਾ ਰੱਖਦੀ ਹਾਂ ਕਿ ਜੌਬ ਜਦੋਂ ਜਦੋਂ ਜੌਬ ਤੇ ਜਾਂਦੀ ਉਦੋਂ ਉਦੋਂ ਜਿਮ ਜਾਵਾਂ, ਪਰ ਜਦੋਂ ਵੀਕਐਂਡ ਹੈ ਸੋ ਮੈਂ ਅਦਰ ਥਿੰਗਸ, ਮੈਂ ਘੁੰਮਣਾ ਫਿਰਨਾ, ਕਿਸੇ ਦੇ ਆਣਾ ਜਾਣਾ, ਫਰੈਂਡਸ ਨਾਲ ਘੁੰਮਣਾ, ਬਿਲਕੁਲ ਸ਼ਾਪਿੰਗ ਉਹ ਵੀ ਕਰਨਾ, ਉਹ ਜ਼ਰੂਰੀ ਹੈ। ਵੀਕਐਂਡ ਤੇ ਕਰਦੀ ਹਾਂ। ਦੈਟਸ ਮੇਰੇ ਕਾਲਡ ਦੋ ਦਿਨ ਬੈਲੈਂਸ। ਆਫ ਆ, ਮੇਰੇ ਵਰਕ ਤੋਂ ਵੀ ਆਫ ਆ, ਸੋ ਦੈਟ ਜੀ ਦੋਸ 2 ਡੇਜ਼ ਆਰ ਜਸਟ ਫॉर ਮੀ ਟਾਈਮ ਨਹੀਂ, ਦੈਟਸ ਸਮਵੇਅਰ। ਗੁੱਡ। ਇਹੀ ਹੋਣੇ ਚਾਹੀਦੇ, ਅਦਰਵਾਈਜ਼ ਤਾਂ ਫਿਰ ਅਸੀਂ ਉਹ ਮਸ਼ੀਨ ਬਣ ਕੇ ਰਹਿ ਜਾਾਂਗੇ ਨਾ। ਤੇ ਬਿਲਕੁਲ ਬਾਕੀ ਇਹ ਵੀ ਹੈ ਕਿ ਆਪਾਂ ਨੂੰ ਇੱਕ ਇਹ ਵੀ ਬਹੁਤਿਆਂ ਦਾ ਵਹਿਮ ਹੈ ਕਿ ਜੇ ਤੁਸੀਂ ਜਿਮ ਕੀਤਾ ਤੁਹਾਨੂੰ 7 ਦਿਨ ਜਾਣਾ ਪਊਗਾ, ਜਾਂ ਤੁਹਾਨੂੰ ਬਹੁਤ ਹਾਰਡਕੋਰ ਜਾਣਾ ਪਊਗਾ। ਤੁਸੀਂ ਕਿੰਨੀ ਦੇਰ ਸਪੈਂਡ ਕਰਦੇ ਹੋ ਜਿਮ ਦੇ ਵਿੱਚ ਹੀ? ਮੈਂ ਮੈਕਸਿਮਮ 1 ਆਵਰ, ਉਸ ਤੋਂ ਜ਼ਿਆਦਾ ਐਕਸੀਡ ਮੈਕਸਿਮਮ 1? ਨਹੀਂ ਹੁੰਦਾ। ਛੋਟੇ ਹਾਂਜੀ ਤੋਂ ਛੋਟਾ ਕਿੰਨਾ ਹੁੰਦਾ? 40 ਮਿੰਟ ਦਾ ਕੁਇਕ ਵਰਕਆਊਟ ਕਈ ਵਾਰੀ। ਕੁਇਕ ਵਰਕਆਊਟ। ਤੇ ਜੇ ਤੁਸੀਂ ਕਿਸੇ ਨੂੰ ਸੁਜੈਸਟ ਕਰਦੇ ਹੋ, ਨਵਾਂ ਬੰਦਾ ਫਸਟ ਟਾਈਮ ਉਹ ਜਿਮ 'ਚ ਜਾਣ ਲੱਗਿਆ, ਤੇ ਵੈਰੀ ਫਸਟ ਡੇ ਹਾਂਜੀ ਉਹਨਾਂ ਨੇ ਜਿਮ 'ਚ ਜੁਆਇਨ ਕੀਤਾ, ਤੇ ਜਦੋਂ ਤੁਸੀਂ ਵੀ ਜੁਆਇਨ ਕੀਤਾ ਸੀ ਵੈਰੀ ਫਸਟ ਡੇ, ਉਸ ਵੇਲੇ ਹਾਂਜੀ ਕਿੱਦਾਂ ਕਿੱਥੋਂ ਸ਼ੁਰੂ ਕੀਤਾ ਸੀਗਾ? ਜਦੋਂ ਮੈਂ ਫਸਟ ਡੇ ਜਿਮ ਗਈ ਸੀ, ਤੇ ਮੈਂ ਕਦੇ ਉਹ ਜਿਮ ਵਾਲੀ ਮਸ਼ੀਨਾਂ ਆਪਣੀ ਲਾਈਫ 'ਚ ਨਹੀਂ ਕਦੇ ਦੇਖੀਆਂ ਸੀ ਨਾ, ਕਿਵੇਂ ਨਾ ਟ੍ਰੈਡਮਿਲ ਵੀ ਨਹੀਂ, ਤੁਰਨਾ ਵੀ ਨਹੀਂ ਆਉਂਦਾ ਸੀ ਟ੍ਰੈਡਮਿਲ ਦੇ ਵੀ, ਹਾਂ, ਤੁਰੀਦਾ ਪਹਿਲੇ ਕਿਵੇਂ ਆ ਪਹਿਲੇ ਦਿਨ ਤਾਂ ਤੇ ਬੰਦਾ ਚੱਕਰ ਵੀ ਖਾ ਜਾਂਦਾ ਹੁੰਦਾ। ਜਿਹੜਾ ਜਿਹੜਾ ਜਿਮ ਵਾਲਾ ਜਿਮ ਮੁੰਡਾ ਸੀਗਾ, ਉਹਨੇ ਮੈਨੂੰ ਦਿਖਾਈਆਂ ਸਾਰੀਆਂ ਮਸ਼ੀਨਾਂ ਐਵੇਂ ਵਰਕ ਕਰਦੀਆਂ ਐਵੇਂ ਨਾ। ਜੀ ਤੋ ਸਟਾਰਟਿੰਗ 'ਚ ਤੇ ਪਹਿਲਾਂ ਮਸ਼ੀਨਾਂ ਤੇ ਯੂਜ਼ ਟੂ ਹੋਣ ਲੱਗੀ ਹੌਲੀ ਹੌਲੀ ਨਾ, ਵੀ ਕਿਵੇਂ ਕਿਹੜੀ ਚੀਜ਼ ਕਿੱਦਾਂ ਕਿਹੜੇ ਬੋਡੀ ਪਾਰਟ ਤੇ ਵਰਕ ਕਰਦੀ ਆ। ਜੀ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਫਿਰ YouTube ਤੇ ਲੋਕਾਂ ਨੂੰ ਦੇਖਦੇ ਆ ਨਾ, ਜਿਹੜੇ ਪ੍ਰੋਫੈਸ਼ਨਲਸ ਨੇ, ਉਹ ਦੱਸਦੇ ਨੇ ਤੁਹਾਨੂੰ ਟਿਪਸ ਦੱਸਦੇ ਨੇ, ਤੁਸੀਂ ਜੀ ਗਲਤੀਆਂ ਕਰ ਕਰਕੇ ਅੱਗੇ ਸਿੱਖਦੇ ਹੋ, ਵੱਧਦੇ ਹੋ ਅੱਗੇ।
ਬਿਲਕੁਲ ਨੋਬਡੀ ਇਜ਼ ਬਿਲकुल ਜੀ ਪਰਫੈਕਟ ਨਾ, ਹਰ ਕੋਈ ਬੰਦਾ ਲਰਨ ਕਰਕੇ ਅੱਗੇ ਜਾਂਦਾ ਆ। ਜੀ 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 ਤੋ ਤੇ ਹੌਲੀ ਸੰਦੀਪ ਹੌਲੀ ਚੀਜ਼ਾਂ ਤੇ ਜੇ ਇਹ ਸੌਰੀ ਮੈਂ ਵਿੱਚ ਕੱਟਤਾ ਤੁਹਾਨੂੰ ਮਾਫੀ ਚਾਹੁੰਦਾ ਉਹਦੇ ਲਈ ਤੇ ਸੰਦੀਪ ਜੇ ਤੁਸੀਂ ਕਿਸੇ ਨੂੰ ਸੁਜੈਸਟ ਕਰਦੇ ਹੋ ਹੁਣ ਜਿੰਨੇ ਆਪਣੇ ਨਾਲ ਜਿਮ ਜਾਣ ਲੱਗੇ ਨੇ ਹੁਣ ਸਟਾਰਟਿੰਗ ਦੇ ਵਿੱਚ ਦੇ ਸ਼ੁੱਡ ਹਾਂਜੀ, ਸਟਾਰਟ ਵਿਦ ਦਾ ਮਸ਼ੀਨ ਔਰ ਸਟਾਰਟ ਵਿਦ ਦਾ ਲੂਜ਼ weight ਔਰ ਦੇ ਸਟਾਰਟ ਵਿਦ ਦਾ ਕਾਰਡੀਓ ਸਟਾਰਟ ਵਿਦ ਦਾ ਲਿਫਟਿੰਗ ਔਰ ਸਟਰੈਂਥ ਟ੍ਰੇਨਿੰਗ ਕਿਸ ਚੀਜ਼ ਨੂੰ ਆਪਾਂ ਪਹਿਲਾਂ ਕਰਨਾ ਚਾਹੀਦਾ ਇਹ ਜੀ ਡਿਪੈਂਡ ਕਰਦਾ ਤੁਹਾਡੇ ਗੋਲਸ ਕੀ ਹੈ ਨਾ। ਕਈ ਲੋਕੀ ਲੈਟਸ ਸੇ ਸਕਿਨੀ ਜਨਰਲ ਹੁੰਦੇ ਆ, ਉਹਨਾਂ ਫਿਟਨੈਸ ਦਾ ਗੋਲ ਲੈਟਸ ਹੁੰਦਾ ਸੇ ਹੈ ਕਿ ਜਨਰਲ ਮਸਲ ਫਿਟਨੈਸ ਬਿਲਡਿੰਗ ਕਰਨੀ ਹੈ। ਹਾਂਜੀ, ਨਹੀਂ ਤੇ ਆਪਣੇ ਕਈ ਲੇਡੀਜ਼ ਜਿਹੜੇ ਨੂੰ ਆਪਣੇ ਜਿਹੜੇ ਜ਼ਿਆਦਾਤਰ ਆਡੀਅנס ਨਾ ਇਸ ਸੌਰੀ ਹਮ, ਜਿਹੜੀ ਆਪਣੀ ਜ਼ਿਆਦਾਤਰ ਆਡੀਅנס ਇਸ ਵੇਲੇ ਸੁਣ ਰਹੀ ਹੈ ਨਾ ਇਹ ਹੈਗੇ ਨੇ ਜਿਨ੍ਹਾਂ ਨੇ ਛੋਟੇ ਬੱਚੇ ਵੀ ਨੇ ਜਿਨ੍ਹਾਂ ਨੇ ਦੋ ਜੌਬਾਂ ਵੀ ਕਰਨੀਆਂ ਹੈ ਸਵੇਰੇ ਸ਼ਾਮ ਔਕਵਰਡ ਹਾਂਜੀ, ਸ਼ਿਫਟ ਹੈ ਉਹਨਾਂ ਦੇ ਬਾਰੇ ਇੱਕ ਆਪਾਂ ਪ੍ਰੋਫੈਸ਼ਨਲ ਉਹ ਨਹੀਂ ਜਦੋਂ ਆਪਾਂ ਹਾਂਜੀ ਲੈਂਦੇ ਇੱਕ ਜਨਰਲ ਫਿਟਨੈਸ ਸਟਾਰਟਿੰਗ ਬਾਰੇ ਹਾਂਜੀ, ਜਦੋਂ ਤੁਹਾਨੂੰ ਮਸ਼ੀਨਾਂ ਬਾਰੇ ਜਾਂ ਐਕਸਰਸਾਈਜ਼ ਬਾਰੇ ਜ਼ਿਆਦਾ ਨੌਲੇਜ ਨਹੀਂ ਹੁੰਦੀ ਹੈ ਨਾ, ਤੁਸੀਂ ਸਟਾਰਟ ਆਪਣਾ ਹਿੱਟ ਟ੍ਰੇਨਿੰਗ ਤੋਂ ਕਰ ਸਕਦੇ ਹੋ, ਕਿ ਮੈਂ ਕੀਤਾ ਸੀਗਾ। ਮੈਂ ਸਟਾਰਟਿੰਗ ਵਿੱਚ ਹਿੱਟ ਟ੍ਰੇਨਿੰਗ ਹੀ ਲਗਾਉਂਦੀ ਹੁੰਦੀ ਸੀਗੀ। ਜਿਵੇਂ ਕਿ 5 ਤੋਂ 6 ਐਕਸਰਸਾਈਜ਼ ਸਿਲੈਕਟ ਕਰ ਲੈਣੇ ਤੁਸੀਂ ਫੁੱਲ ਬੋਡੀ ਦੀਆਂ, ਤੇ ਉਹਨਾਂ ਨੂੰ ਬੈਕ ਟੂ ਜੀ ਬੈਕ ਲਗਾਉਣਾ, ਤੇ ਉਹਦੇ ਤੁਸੀਂ 4 ਤੋਂ 5 ਸੈੱਟ ਲਗਾ ਲੈਣੇ ਆ। ਤੇ ਤੁਹਾਡਾ ਇੱਕ ਜੀ ਫੁੱਲ ਬੋਡੀ ਵਰਕਆਊਟ ਹੋ ਜਾਂਦਾ, ਇੱਕ ਤੁਹਾਡੀ ਮਸਲ ਬਿਲਡਿੰਗ ਵੀ ਹੁੰਦੀ ਉਹਦੇ ਨਾਲ, ਤੇ ਤੁਹਾਡੀ ਕਾਰਡੀਓ ਵੀ ਹੋ ਜਾਂਦਾ, ਤੁਹਾਡੀ ਫੈਟ ਲਾਸ ਵੀ ਹੋ ਜਾਂਦਾ। ਸੋ ਦੈਟਸ ਦ ਬੈਸਟ ਵੇ ਟੂ ਸਟਾਰਟ ਆਈ ਥਿੰਕ, ਹਿੱਟ ਟ੍ਰੇਨਿੰਗ। ਤੇ ਦੂਜੇ ਨੰਬਰ ਤੇ ਇੱਕ ਆਪਣੇ ਸਾਰਿਆਂ ਦਾ ਬੜਾ ਜੋਸ਼ ਚੱਲਦਾ ਜਦੋਂ ਆਪਾਂ ਜਿਮ ਸ਼ੁਰੂ ਕਰਦੇ ਨਾ ਆਪਾਂ ਸਿੱਧੇ ਜਾ ਕੇ ਪਹਿਲਾਂ ਆਪਣਾ ਪ੍ਰੋਟੀਨ ਪਾਊਡਰ ਦਾ ਡੱਬਾ ਲੈ ਕੇ ਆਉਂਦੇ ਆ ਉਹ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਜ਼ਰੂਰੀ ਹੈ ਅਮ ਜ਼ਰੂਰੀ ਹੈ ਜੀ, ਤੁਹਾਡੀ ਡਾਈਟ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਇਨਫ ਪ੍ਰੋਟੀਨ ਨਹੀਂ ਲੈ ਪਾ ਰਹੇ ਨਾ, ਦੈਨ ਯੂ ਕੈਨ ਟੇਕ ਅ ਸਪਲੀਮੈਂਟ, ਬਟ ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਕਿ ਆਪਾਂ ਆਪਣਾ ਪ੍ਰੋਟੀਨ ਆਪਣੀ ਡਾਈਟ ਤੋਂ ਲੈਣਾ ਕੋਸ਼ਿਸ਼ ਕਰੀਏ ਨਾ। ਜੀ ਤੇ ਤੇ ਅਦਰਵਾਈਜ਼ ਤੁਸੀਂ ਕੋਈ ਪ੍ਰੋਟੀਨ ਲੈਂਦੇ ਹੋ ਮਲਟੀਵਿਟਾਮਿਨ ਲੈਂਦੇ ਹੋ ਮੈਂ ਕਿਸੇ ਤਰ੍ਹਾਂ ਦੇ ਆਪਣੀ ਮੈਂ ਪ੍ਰੋਟੀਨ ਸ਼ੇਕ ਆਪਣਾ ਇੱਕ ਸਰਵ ਲੈਂਦੀ ਹੁੰਦੀ ਹਾਂ, ਮੈਂ ਆਪਣੀ ਸਵੇਰੇ ਜਦੋਂ ਸਮੂਦੀ ਬਣਾਉਂਦੀ ਹਾਂ ਜਿਮ ਤੋਂ ਬਾਅਦ, ਜੀ ਤੇ ਮੈਂ ਆਪਣੀ ਜੀ ਸਮੂਦੀ ਵਿੱਚ ਇੱਕ ਸਕੂਪ ਪਾ ਲੈਂਦੀ ਹਾਂ, ਉਸ ਤੋਂ ਇਲਾਵਾ ਮੈਂ ਕੋਈ ਸਪਲੀਮੈਂਟ ਨਹੀਂ ਲੈਂਦੀ। ਓਕੇ ਮਤਲਬ ਆਪਾਂ ਸਪਲੀਮੈਂਟ ਤੇ ਇੰਨਾ ਜ਼ਿਆਦਾ ਰਿਲਾਏ ਹੋਣ ਦੀ ਕੋਈ ਲੋੜ ਨਹੀਂ ਆ ਕਹਿਣ ਨਹੀਂ, ਤੋਂ ਭਾਵ ਹਾਂਜੀ, ਮੋਰਲ ਤੁਹਾਡਾ ਆਫ ਦਾ ਹੱਕ ਹੈ, ਸਟੋਰੀ ਤੁਸੀਂ ਆਪਣਾ ਕਰੋ, ਕੰਸਿਸਟੈਂਟ ਰਹੋ, ਆਪਣਾ ਡਾਈਟ ਨੂੰ ਚੰਗੀ ਤਰ੍ਹਾਂ ਫੋਲੋ ਕਰੋ, ਹੈਲਥੀ ਖਾਣਾ ਖਾਓ। ਇਹ ਨਾ ਕਹੋ ਵੀ ਰੋਟੀ ਮਾੜੀ ਹੈ, ਸਬਜ਼ੀਆਂ ਮਾੜੀਆਂ। ਇੱਕ ਜੀ ਤੁਹਾਡਾ ਵੇ ਆਫ ਕੁਕਿੰਗ ਸਹੀ ਹੋਣਾ ਚਾਹੀਦਾ ਹੈ, ਤੁਸੀਂ ਕੁੱਕ ਕਿਸ ਤਰੀਕੇ ਨਾਲ ਕਰ ਰਹੇ ਹੋ ਨਾ। ਤੇ ਤੇ ਹਰ ਇੱਕ ਤੁਸੀਂ ਚੀਜ਼ ਇੱਕ ਕੁਕਿੰਗ 'ਚ ਤੜਕੇ 'ਚ ਤੇਲ ਮੋਡਰੇਟ। ਪਾਉਂਦੇ ਹੋ ਤੜਕਾ ਜਦੋਂ ਲਾਉਂਦੇ ਹੋ ਉਸ ਵੇਲੇ ਤੇਲ ਪਾਉਂਦੇ ਤੇਲ ਹੋ ਤੇ ਜੀ ਜ਼ਰੂਰ ਮੈਂ ਪਾਉਂਦੀ ਆ, ਬਟ ਇਹ ਨਹੀਂ ਕਿ ਮੈਂ ਬਹੁਤ ਜ਼ਿਆਦਾ ਤੇਲ ਪਾਉਂਦੀ ਆ, ਜ਼ਰੂਰਤ ਜਿੰਨੀ ਕੁ ਥੋੜਾ ਜਿਹਾ ਪਾ ਲਓ ਤੁਸੀਂ, ਹਨਾ, ਪਰ ਬਹੁਤ ਜ਼ਿਆਦਾ ਨਹੀਂ। ਮੈਂ ਇੱਕ ਰਫਲੀ ਕਿੱਦਾਂ ਰੋਟੀ ਕਹਿੰਦੇ ਹੋ ਖਾਣੀ ਲੈਟਸ ਸੇ ਜ਼ਰੂਰ ਤੁਸੀਂ ਦੋ ਬੰਦਿਆਂ ਲਈ ਕੁਕਿੰਗ ਕਰ ਰਹੇ ਹੋ ਤੁਸੀਂ ਤੇ ਛੋਟੇ ਵੀਰ ਲਈ ਕੁਕਿੰਗ ਕਰ ਰਹੇ ਹੋ ਕਿੰਨਾ ਕੁ ਤੇਲ ਪਾਉਂਦੇ ਹੋ ਉਹ ਆਪਣੀ ਕੁਕਿੰਗ ਖੁਦ ਕਰਦਾ, ਮੈਂ ਉਹਦੇ ਲਈ ਕੁਛ ਨਹੀਂ ਬਣਾਉਂਦੀ। ਉਹ ਲੈ ਉਹ ਮੈਨੂੰ ਕਹਿੰਦਾ ਨਹੀਂ ਕਿ ਲੱਗਦਾ ਉਹ ਆਪਣਾ ਖਾਣਾ ਖੁਦ ਬਣਾਉਂਦਾ ਹੈ, ਉਹਦੀ ਵੱਖਰੀ ਉਹਨੇ ਆਪਣੀ ਡਾਈਟ ਪਲਾਨ ਬਣਾਇਆ ਹੋਇਆ, ਉਹ ਖੁਦ ਬਣਾ ਕੇ ਖਾਂਦਾ ਹੈ। ਠੀਕ ਮਤਲਬ ਆਪਣੇ ਠੀਕ ਹੈ ਪ੍ਰੇਮ ਪਿਆਰ ਪੂਰਾ ਹੈ ਭਾਈ ਭੈਣ ਦਾ ਪਰ ਰੋਟੀ ਹਾਂਜੀ, ਆਪਣੀ ਹਾਂਜੀ, ਆਪਣੀ ਬਿਲਕੁਲ। ਠੀਕ ਮਤਲਬ ਮੇਰਾ ਪ੍ਰੋਟੀਨ ਤੂੰ ਨਹੀਂ ਪੀਣਾ ਮੈਂ ਤੇਰਾ ਨਹੀਂ ਪੀਣਾ ਉਹ ਆਪਣਾ ਮਤਲਬ ਸੈਲਫ ਤੇ ਡਿਪੈਂਡੈਂਟ, ਮੈਂ ਆਪ ਆਪਣਾ ਖਾਣਾ ਲੰਚ ਬਣਾਉਣਾ ਬ੍ਰੇਕਫਾਸਟ ਸਾਰਾ ਕੁਝ ਉਹਨੇ ਖੁਦ ਬਣਾਉਣਾ ਹੈ। ਆਈ ਥਿੰਕ ਕਿ ਮੁੰਡਿਆਂ ਨੂੰ ਹੋਣਾ ਵੀ ਇਦਾਂ ਹੀ ਚਾਹੀਦਾ ਨਾ, ਕਿਉਂਕਿ ਇੱਥੇ ਹਰ ਕੋਈ ਜੌਬ ਕਰਦਾ, ਕੰਮ ਕਰਦਾ ਹੈ, ਸੋ ਜੀ ਹਰ ਇੱਕ ਨੂੰ ਆਪਣੀ ਆਪਣੀ ਸੰਦੀਪ ਰਿਸਪੌਂਸਿਬਿਲਿਟੀ ਹੁੰਦੀ ਹੈ। ਤੁਸੀਂ ਜਿਮ ਕਰਦੇ ਹੋ ਤਾਂ ਆਬਵੀਅਸਲੀ ਤੁਹਾਡੀ ਵੀਡੀਓ ਤੁਹਾਡੇ ਪੇਰੈਂਟਸ ਵੀ ਦੇਖਦੇ ਹੋਣੇ ਤੇ ਮੰਮੀਆਂ ਨੂੰ ਹੁੰਦਾ ਨਹੀਂ ਉਹ ਕੁੜੀਏ ਤੂੰ ਜਿਮ 'ਚ ਕਿਉਂ ਕਰੀ ਜਾਂਦੀ ਆ ਤੂੰ ਡੌਲੇ ਬਣਾਣੇ ਆਪਣੇ ਇੰਡੀਆ 'ਚ ਉਦਾਂ ਦਾ ਉਹ ਚੱਲਦਾ ਨਾ ਹਜੇ ਵੀ ਉਹ ਤਾਂ ਮੁੰਡਿਆਂ ਨੂੰ ਵੀ ਕਹਿ ਦਿੰਦੇ ਨੇ ਉਹ ਨਹੀਂ ਉਹ ਚੀਜ਼ ਨਹੀਂ ਆਉਂਦੀ ਕਿਤੇ ਮੰਮੀ ਕਹਿੰਦੇ ਹੋਵੇ ਉਹ ਸੰਦੀਪ ਕੀ ਕਰੀ ਜਾਂਦੀ ਆ ਕਈ ਵਾਰੀ ਤੂੰ ਮੰਮੀ ਐਵੇਂ ਕਈ ਵਾਰੀ ਮੰਮੀ ਕਹਿ ਦਿੰਦੇ ਨੇ ਮਾੜੀ ਹੋ ਗਈ ਆ, ਨਾ ਜਿਮ ਜਾਏਗਾ, ਖਾਇਆ ਪੀਏਗਾ, ਪਤਲੀ ਨਾ ਹੋ ਬਹੁਤੀ। ਮੈਂ ਕਿਹਾ ਪਤਲੀ ਨਹੀਂ ਫਿੱਟ ਹੋਈ ਹੈ। ਹਾਂ ਨਹੀਂ ਉਹ ਮੰਮੀਆਂ ਨੂੰ ਤਾਂ ਇੰਨੀ ਸਾਰੀ ਪਤਲੀ ਉਮਰ ਨਾ ਇਦਾਂ ਹੀ ਹੋਈ, ਲੱਗਦਾ ਰਹਿੰਦਾ ਨਾ ਆਪਣੇ ਇੰਡੀਆ 'ਚ ਨਾ ਮਾੜੀ ਉਹ ਹੋ ਕਹਿ ਗਈ, ਦਿੰਦੇ ਘਰ ਨੇ ਦੇ ਕਿ ਸਾਰੇ ਤੁਸੀਂ ਜੇ ਮਾੜੀ ਹੋ ਜਿਮ ਗਏ ਤੁਹਾਡੇ ਡੌਲੇ ਬਣ ਜਾਣੇ ਆ ਤਾਂ ਇਦਾਂ ਹੋ ਜਾਣਾ ਉਹ ਵੀ ਬਹੁਤ ਜ਼ਿਆਦਾ ਚੀਜ਼ ਕੁੜੀਆਂ ਨੂੰ ਰੋਕਦੀ ਹੈ ਜਿਮ ਜਾਣ ਤੋਂ ਕਿ ਉਹਨਾਂ ਨੂੰ ਲੱਗਦਾ ਕਿ ਜਿਮ ਗਏ ਤਾਂ ਸਾਡੇ ਡੌਲੇ ਬੰਦਿਆਂ ਵਾਂਗ ਬਣ ਜਾਣਗੇ ਜਦ ਕਿ ਇਦਾਂ ਬਿਲਕੁਲ ਨਹੀਂ ਹੁੰਦਾ ਠੀਕ ਨਹੀਂ ਇਹ ਤਾਂ ਉਹ ਬਿਲਕੁਲ ਚੀਜ਼ ਵੀ ਪੋਸੀਬਲ ਹੋਇਆ ਕਈਆਂ ਨੂੰ ਨਹੀਂ, ਰੋਕ ਦਿੰਦੀ ਹੈ ਕਿਉਂਕਿ ਮੇਲ ਤੇ ਫੀਮੇਲ ਹਾਰਮੋਨਸ ਬਿਲਕੁਲ ਡਿਫਰੈਂਟ ਹੈ ਨਾ, ਹੈਗੇ ਆ, ਤੇ ਉਹ ਤੁਹਾਡੀ ਬਾਡੀ ਉਸ ਵੇ ਨਾਲ ਰਿਐਕਟ ਕਰੂਗੀ। ਸੋ ਵੀ ਜੀ ਜੀ ਸਾਡੇ ਵਿੱਚ ਉਹ ਮੇਲ ਹਾਰਮੋਨ ਨਹੀਂ ਹੈ, ਉਹ ਫਿਰ ਉਹਨਾਂ ਦੇ ਮਸਲ ਗਰੋਥ ਜ਼ਿਆਦਾ ਹੋਊਗੀ, ਫੀਮੇਲਸ ਤੇ ਨਹੀਂ ਹੋਊਗੀ। ਜੇ ਨਾ ਜੇ ਡਿਪੈਂਡ ਜੇ ਕਰਦਾ ਤੁਸੀਂ ਇੰਨੇ ਕਿਹੜੇ ਜੇ ਸਪਲੀਮੈਂਟ ਇੰਨੇ ਕੁਛ ਸੌਖੇ ਲੈ ਰਹੇ ਇੰਨੇ ਸੌਖੇ ਮਸਲ ਬਣਦੇ ਤਾਂ ਸਾਰੇ ਮੁੰਡੇ ਡੌਲੇ ਬਣਾਈ ਫਿਰਦੇ ਹੋ। ਜੀ। ਗੱਲ ਇਹ ਆ ਨਾ ਫਿਰ ਕਿ ਤੇ ਆਪਣੀ ਕੁੜੀਆਂ ਨੇ ਕੀ ਕਰਦੇ ਆ ਜੇ ਜਿਮ ਜਾਂਦੀਆਂ ਤਾਂ ਉਹ ਕਾਰਡੀਓ ਤੱਕ ਹੀ ਰਹਿ ਜਾਂਦੇ ਆ ਉਹ ਦੂਜੇ ਪਾਸੇ ਬਹੁਤ ਘੱਟ ਜਾਂਦੇ ਨੇ ਹਾਂਜੀ, ਤੇ ਤੁਸੀਂ ਵੀ ਇਦਾਂ ਸਟਾਰਟਿੰਗ 'ਚ ਹੋਇਆ ਸੀਗਾ ਕਾਰਡੀਓ 'ਚ ਹੀ ਕਾਫੀ ਸਾਲ ਖਰਾਬ ਕਰਤੇ ਆ ਫਿਰ ਉਸ ਤੋਂ ਬਾਅਦ ਰਿਅਲਾਈਜ਼ ਹੋਇਆ ਕਿ ਨਹੀਂ ਮੈਂ ਕਾਰਡੀਓ ਤੇ ਭੱਜਣ ਨਾਲ ਕੋਈ ਫਾਇਦਾ ਨਹੀਂ ਹੈ ਮੈਂ ਕਾਰਡੀਓ ਦੀ ਬਿਲਕੁਲ ਫੈਨ ਨਹੀਂ ਆ। ਮੈਂ ਸ਼ੁਰੂ ਤੋਂ ਲੈ ਕੇ ਮੈਂ ਤੁਹਾਨੂੰ ਦੱਸਾਂ ਮੈਂ ਹਿੱਟ ਟ੍ਰੇਨਿੰਗ ਕਰਦੀ ਹੁੰਦੀ ਸੀ, ਤੇ ਹੁਣ ਵੀ ਜਦੋਂ ਮੈਂ ਜਾਂਦੀ ਹਾਂ ਜਿਮ, ਮੈਂ ਜਸਟ ਵਾਰਮ ਅਪ ਲਈ ਹਾਰਡਲੀ 5 ਮਿੰਟ ਵਾਕ ਕਰਦੀ ਹਾਂ ਟ੍ਰੈਡਮਿਲ ਤੇ, ਉਹ ਵੀ ਵਾਕ ਨਾਟ ਰਨਿੰਗ, ਤੇ ਜੀ ਜਸਟ ਮੈਂ ਬਿਲਕੁਲ ਜ਼ੀਰੋ ਕਾਰਡੀਓ ਵਰਕਆਊਟ ਵਿੱਚ ਆਈ ਓਨਲੀ ਡੂ ਸਟਰੈਂਥ ਟ੍ਰੇਨਿੰਗ। ਨਹੀਂ ਸਟਰੈਂਥ ਟ੍ਰੇਨਿੰਗ ਹੀ ਮੇਨ ਹੈ ਸਟਰੈਂਥ ਟ੍ਰੇਨਿੰਗ ਹੋਣੀ ਚਾਹੀਦੀ ਹੈ ਉਹਦੇ ਨਾਲ ਕੀ ਹੈ ਕਿ ਤੁਸੀਂ ਜ਼ਿਆਦਾ ਮਸਲ ਬਰਨ ਕਰਦੇ ਹੋ
ਤੇ ਜੀ ਸੰਦੀਪ ਮੈਂ ਤਾਂ ਇੱਕ ਬਹੁਤ ਹੋਰ ਸਵਾਲ ਹੈ, ਬਹੁਤ ਇੱਕ ਸਵਾਲ ਹੋਰ ਵੀ ਹੈ ਜਿਹੜਾ ਸਭ ਤੋਂ ਵੱਡਾ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਸੀਗਾ ਕਿ ਦੈਟਸ ਆਈ ਐਪਰੀਸ਼ੀਏਟ ਯੂ ਐਸ ਵੈਲ ਫॉर ਦੈਟ ਥਿੰਗ ਕਿ ਤੁਸੀਂ ਨੈਗੇਟਿਵ ਕਮੈਂਟਸ ਦੇ ਨਾਲ ਕਿਵੇਂ ਟਰੀਟ ਕਰਦੇ ਹੋ, ਕਿਉਂਕਿ ਆਪਣੇ ਨਾ ਪੰਜਾਬੀਆਂ ਦਾ ਥੋੜਾ ਜਿਹਾ ਇਸ ਮਾਮਲੇ 'ਚ ਹਜੇ ਵੀ ਬਹੁਤ ਪਿਆ ਹੈ ਕਿ ਆਪਾਂ ਇਸ ਚੀਜ਼ ਨੂੰ ਹਜੇ ਵੀ ਬਹੁਤ ਪਿੱਛੇ ਆ, ਆਪਾਂ ਨੂੰ ਗਰੋ ਕਰਨ 'ਚ ਬਹੁਤ ਟਾਈਮ ਲੱਗੂਗਾ, ਤੇ ਉਹ ਨੈਗੇਟਿਵ ਹਾਂਜੀ ਕਮੈਂਟਸ ਦੇ ਨਾਲ ਕਿਵੇਂ ਡੀਲ ਕਰਦੇ ਹੋ? ਦ ਬੈਸਟ ਵੇ ਮੈਂ ਦੱਸਾਂਗੀ ਕਿ ਉਹਨਾਂ ਨੂੰ ਇਗਨੋਰ ਕਰੋ। ਤੁਸੀਂ ਤੁਹਾਨੂੰ ਰਿਪਲਾਈ ਕਰਨ ਦੀ ਲੋੜ ਹੀ ਨਹੀਂ ਹੈ ਇਹੋ ਜਿਹੇ ਲੋਕਾਂ ਨੂੰ, ਆਪਣੀ એનર્ਜੀ ਉਹਨਾਂ ਤੇ ਵੇਸਟ ਨਾ ਕਰੋ। ਜਿਹੜੇ ਤੁਹਾਨੂੰ ਐਪਰੀਸ਼ੀਏਟ ਕਰ ਰਹੇ ਆ, ਜਿਹੜੇ ਤੁਹਾਨੂੰ ਪੋਜ਼ਿਟਿਵ ਕਮੈਂਟ ਕਰ ਰਹੇ ਆ, ਉਹਨਾਂ ਨੂੰ ਤੁਸੀਂ ਰਿਪਲਾਈ ਕਰੋ, ਨਾ ਕਿ ਜਿਹੜੇ ਨੈਗੇਟਿਵ ਕਮੈਂਟ ਕਰ ਰਹੇ ਆ। ਮੈਂ ਤੇ ਬੜੇ ਸਾਰੇ ਲੋਕੀ ਬਲੌਕ ਕੀਤੇ ਹੋਏ ਆ, ਜਿਹੜਾ ਕੋਈ ਇੱਕ ਜੀ ਵੀ ਕਮੈਂਟ ਨੈਗੇਟਿਵ ਕਰਦਾ ਮੈਂ ਸਟ੍ਰੇਟ ਉਹਨਾਂ ਨੂੰ ਬਲੌਕ ਕਰ ਦਿੰਦੀ ਤਾਂ ਕਿ ਉਹਨਾਂ ਨੂੰ ਸੈਕੰਡ ਚਾਂਸ ਮਿਲੇ ਨਾ ਮੇਰੀ ਆਈਡੀ ਤੇ ਆ ਕੇ ਕੁਝ ਕਹਿਣ ਦਾ ਬਿਲਕੁਲ। ਬੋਲਣ ਦਾ। ਨਹੀਂ ਤਾਂ ਮੈਂ ਆਪਣੀ ਦੈਟ એનર્ਜੀ ਸ਼ੁਡ ਬੀ, ਵੇਸਟ ਨਹੀਂ ਕਰਦੀ ਇਹੋ ਜਿਹੇ ਲੋਕਾਂ ਤੇ। ਨਹੀਂ ਉਹ ਆਈ ਇੰਗਲਿਸ਼ ਜਸਟ ਚ ਇਗਨੋਰ ਐਗਜ਼ਾਮਪਲ them। ਨਹੀਂ ਹੈ, ਇੱਕ ਇੰਗਲਿਸ਼ ਚ ਐਗਜ਼ਾਮਪਲ ਹੈ ਨਾ, ਇਫ ਯੂ ਫਾਈਟ ਵਿਦ ਪਿਗ ਯੂ ਗੈਟ ਡਰਟੀ ਐਂਡ ਹੀ ਵਿਲ ਇੰਜੋਏ। ਯਾ ਐਂਡ ਐਗਜ਼ੈਕਟਲੀ। ਬਟ ਉਹ ਇੱਕ ਵਾਰੀ ਕਈ ਵਾਰ ਉਹ ਜਿਹੜੀ ਐਗਜ਼ਾਮਪਲ ਹੈ ਉਹਨੂੰ ਥੋੜਾ ਜਿਹਾ ਮਤਲਬ ਜਿਹੜੀ ਸਟੇਟਮੈਂਟ ਹੈ ਉਹਨੂੰ ਥੋੜਾ ਜਿਹਾ ਵਧਾਉਣਾ ਵੀ ਪੈਂਦਾ। ਸਮ ਟਾਈਮ ਯੂ ਹੈਵ ਟੂ ਫਾਈਟ ਵਿਦ ਦ ਪਿਗ ਟੂ ਟੀਚ ਹਿਮ ਅ ਲੈਸਨ। ਠੀਕ ਹੈ, ਪਰ ਤੇ ਬਹੁਤ ਕਈ ਸਾਰੇ ਵਾਰ ਲੋਕ ਇਦਾਂ ਨੇ, ਇੱਕ ਅੱਧਾ ਹੋਵੇ ਜਿਹੜਾ ਫਾਈਟ ਕਰੇ, ਇੰਨੇ ਸਾਰਿਆਂ ਨੇ ਕੌਣ ਐਗਜ਼ੈਕਟਲੀ ਫਾਈਟ ਕਰੇ। ਐਗਜ਼ੈਕਟਲੀ ਤੇ ਜਿਮ ਚ ਵੀ ਕਦੇ ਇਦਾਂ ਦਾ ਇਨਕਾਊਂਟਰ ਹੋਇਆ ਜੀ, ਕੋਈ ਬੇਵਕੂਫ ਇਨਸਾਨ ਟੱਕਰ ਗਿਆ ਹੋਵੇ? ਨੈਵਰ ਐਵਰ। ਮੇਰੀ ਜਿਮ ਜਿਹੜੀ ਸੀ ਬਹੁਤ ਛੋਟੀ ਹੈ, ਜ਼ਿਆਦਾ ਵੱਡੀ ਨਹੀਂ ਆ, ਜੀ ਤੇ ਜ਼ਿਆਦਾਤਰ ਜਿਮ ਮੈਂ ਇਕੱਲੀ ਹੁੰਦੀ ਹਾਂ। ਨੋ ਵਨ ਇਜ਼ ਅੱਛਾ, देयर। ਲੱਕੀ ਮੈਂ ਕਦੇ ਲੱਕੀ ਵੀ ਯੂ। ਜ਼ਿਆਦਾ ਲੋਕਾਂ ਨੂੰ ਵਰਕਆਊਟ ਕੀਤਾ ਹੀ ਨਹੀਂ ਹੈ, ਹਾਰਡਲੀ ਮੈਂ ਕੋਈ ਦੇਖਦੀ ਜਿਮ ਵਿੱਚ ਕੋਈ ਹੋਊਗਾ, ਜੀ ਤੇ ਨਹੀਂ ਉੱਥੇ ਫਿਰ ਤਾਂ ਠੀਕ। ਜ਼ਿਆਦਾਤਰ ਲੋਕ ਹੁੰਦੇ ਹੀ ਨਹੀਂ ਆ। ਹਾਂਜੀ ਨਹੀਂ ਉਹ ਚੀਜ਼ ਬੜੀ ਮੈਟਰ ਕਰਦੀ ਹੈ ਕਿ ਸਪੈਸ਼ਲੀ ਆਪਣੇ ਨਾ ਥੋੜੀ ਜਿਹੀ ਆਦਤ ਵੀ ਹੋ ਜਾਂਦੀ ਹੈ ਕਈਆਂ ਨੂੰ ਕਿ ਬੰਦਾ ਉਸ ਤਰੀਕੇ ਨਾਲ ਆਪਣੀ ਉਹ ਕਹਿੰਦੇ ਨਹੀਂ ਦੇਸੀ 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 ਦੇਸਣ ਦੇਸਣ ਕਹਿਣ ਤੋਂ ਭਾਵ ਹੈ ਕਿ ਉਹ ਚੀਜ਼ ਵੀ ਮੇਰੀ ਬੜੀ ਜਿਮ ਚ ਤੰਗ ਮੈਂ ਅੱਜ ਕਰਦੀ ਹੈ ਤੱਕ ਆਪਣੇ। ਕੋਈ ਵੀ ਇੰਡੀਅਨ ਦੇਖਿਆ ਹੀ ਨਹੀਂ ਹੈ। ਅੱਜ ਤੱਕ 5 ਸਾਲ ਹੋ ਗਏ ਜਿਮ ਜਾਂਦੀ ਨੂੰ, ਇੱਕ ਵੀ ਕੋਈ ਇੰਡੀਅਨ ਦੇਖਿਆ ਨਹੀਂ ਮੈਂ ਆਪਣੀ ਜਿਮ ਵਿੱਚ। ਨਹੀਂ ਲੱਕੀ ਜੀ, ਵੈਸੇ ਸਾਰੇ ਨਹੀਂ ਮਾੜੇ, ਸਾਰੇ ਨਹੀਂ ਮਾੜੇ, ਬਟ ਕੁਛ ਪਰ ਹਾਂਜੀ, ਪਰ ਲੱਕੀ ਵੈਸੇ ਮੈਂ ਮੈਂ ਇਸ ਕਰਕੇ ਦੱਸਦੀ ਕਿਹਾ ਕਿ ਕਿ ਤੁਹਾਨੂੰ ਐਮਟੀ ਜਿਮ ਮਿਲਦਾ ਉੱਥੇ ਕੋਈ ਦੈਟਸ। ਵੀ ਦੇਖਿਆ ਨਹੀਂ ਅੱਜ ਤੱਕ। ਵੈਸੇ ਤਾਂ ਖਾਲੀ ਨਹੀਂ ਹੁੰਦੀ ਹੈ ਲੱਕੀ ਜਿਮ, ਤਾਂ ਪਰ ਜਿਮ ਚ ਕੋਈ ਵੀ ਨਹੀਂ ਆਉਂਦਾ। ਨੋ ਵਨ। ਜੀ ਜੀ ਦੈਟਸ ਗੁੱਡ ਜੀ, ਤੁਹਾਨੂੰ ਖਾਲੀ ਜਿਮ ਮਿਲ ਰਹੀ ਹੈ, ਤੁਸੀਂ ਲੱਕੀ ਹੋ, ਨਹੀਂ ਤਾਂ ਇੱਥੇ ਜਿਮ ਖਾਲੀ ਹੁੰਦੇ ਨਹੀਂ, ਕਈ ਵਾਰ ਤਾਂ ਜਿਮ 'ਚ ਇੱਕ ਮਸ਼ੀਨ ਦੇ ਮਗਰ ਤੁਸੀਂ ਦੋ ਦੋ ਜਾ ਕੇ ਬੈਠੇ ਪਤਾ ਹੁੰਦੇ ਲੱਗਦਾ ਨੇ। ਕਿ ਮੇਰੀ ਆਪਣੀ ਪ੍ਰਾਈਵੇਟ ਜਿਮ ਹੈ ਉਹ। ਨਹੀਂ ਤੇ ਮੈਂ ਦੇਖਿਆ ਤੁਸੀਂ ਘਰੇ ਵੀ ਕਾਫੀ ਵਰਕਆਊਟ ਕਰਦੇ ਹੋ ਨਾ? ਹਾਂਜੀ 8 ਮਹੀਨੇ ਮੈਂ ਘਰੇ ਵਰਕਆਊਟ ਕੀਤਾ ਕਿਉਂਕਿ 8 ਮਹੀਨੇ ਜਿੰਮਾਂ ਬੰਦ ਸੀਗੀਆਂ ਕੋਵਿਡ ਜੀ ਕਰਕੇ। ਸੋ ਮੈਂ ਤੇ ਘਰ ਤੋਂ ਹੀ ਉਹ ਫਿਰ ਇੱਕ ਵਾਰੀ ਥੋੜੇ ਇੱਕ ਵਾਰੀ ਉਹ ਚੇਂਜ ਨਹੀਂ ਹੋਇਆ ਸੀਗਾ ਕਿ ਸਕੇਜੂਲ ਚੇਂਜ ਹੋਇਆ, ਕਈ ਵਾਰ ਮਨ ਮਰਦਾ ਸੀਗਾ ਛੱਡ ਪਰਾਂ ਅੱਜ ਕਾਹਨੂੰ ਕਰਨਾ, ਤੇ ਉਦੋਂ ਉਹ ਤਾਂ ਠੰਡ ਵੀ ਮੋਟੀਵੇਸ਼ਨ ਬਹੁਤ ਕਿਵੇਂ ਆਉਂਦੀ ਸੀ। ਹੈ? ਉਦੋਂ ਠੰਡ ਹਾਂਜੀ ਵੀ ਬਹੁਤ ਸੀ, ਸਰਦੀਆਂ ਦੇ ਦਿਨ ਸੀਗੇ, ਤੇ ਮੈਂ ਜੀ ਫੇਰ ਵੀ ਘਰ ਦੇ ਬਾਹਰ ਹੀ ਮੇਰੇ ਛੋਟੀ ਜਿਹੀ ਪਾਰਕ ਬਣੀ ਹੋਈ ਹੈ, ਤੇ ਮੈਂ ਉੱਥੇ ਜਾ ਕੇ ਵਰਕਆਊਟ ਕਰਦੀ ਸੀ ਐਵਰੀਡੇ। ਜੀ ਤੇ ਨਹੀਂ ਪਰ ਮੈਨੂੰ ਕਈ ਕੋਈ ਵੀ ਵਾਰ ਇਦਾਂ ਦਾ ਫੀਲ ਹੁੰਦਾ ਸੀਗਾ ਕਿ ਨਹੀਂ ਅੱਜ 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 ਠੰਡ ਬਹੁਤ ਹੈ, ਅੱਜ ਬਾਹਰ ਕਾਹਨੂੰ ਜਾਣਾ, ਤੇ ਚਲੋ ਰਹਿਣ ਦੋ, ਅੱਜ ਠੰਡ ਹੈ, ਪਕੌੜੇ ਪਕੌੜੇ ਬਣਾ ਲੈਂਦੇ ਆ, ਉਸ ਵੇਲੇ ਕਿਦਾਂ ਫਿਰ ਆਪਣੇ ਆਪ ਨੂੰ ਮੋਟੀਵੇਟ ਕਰਦੇ ਸੀ? ਮੈਨੂੰ ਇਹ ਹੁੰਦਾ ਸੀ ਵੀ ਠੰਡ ਬਹੁਤ ਹੈ ਤੇ ਬਾਹਰ ਨਿਕਲ ਥੋੜਾ ਜਿਹਾ ਵਾਰਮ ਅਪ ਕੀਤਾ ਜਾਏ, ਪਸੀਨਾ ਲਿਆਤਾ ਜਾਏ। ਤੇ ਮੈਂ ਕਹਿੰਦਾ ਇੱਕ ਮੋਟੀਵੇਸ਼ਨ ਦੇ ਵਿੱਚ ਨਾ ਮੈਂ ਵੀ ਬਹੁਤ ਸਾਰਿਆਂ ਨੂੰ ਕਹਿੰਦਾ ਕਿ ਜਿੰਨੇ ਵੀ ਸਪੈਸ਼ਲੀ ਕੁੜੀਆਂ ਨੇ, ਤਾਂ ਉਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਅਕਾਊਂਟੇਬਲ ਹੋਣਾ ਪਊਗਾ, ਤੇ ਸੋਸ਼ਲ ਮੀਡੀਆ ਨੂੰ ਆਪਾਂ ਇੱਕ ਚੰਗੇ ਪਾਸੋਂ ਵੀ ਯੂਜ਼ ਕਰ ਸਕਦੇ ਹਾਂ। ਚੰਗੇ ਪਾਸੋਂ ਇਨ ਦਾ ਸੈਂਸ ਕਿ ਇਹਦੇ ਤੇ ਤੁਸੀਂ ਪੋਸਟ ਪਾਣੇ ਸ਼ੁਰੂ ਕਰੋ, ਤੁਸੀਂ ਅਕਾਊਂਟੇਬਲ ਹੋ ਜਾਂਦੇ ਹੋ। ਹੁਣ ਇਦਾਂ ਨਾ ਕਿ ਹਾਂਜੀ ਜੇ ਤੁਸੀਂ ਕਈ ਵਾਰ ਨਹੀਂ ਵੀ ਮੂਡ ਕਰਦਾ, ਇਸ ਹਿਊਮਨ ਨੇਚਰ ਨਾ, ਆਪਣਾ ਨਹੀਂ ਵੀ ਦਿਲ ਕਰਦਾ, ਤਾਂ ਫਿਰ ਜਦੋਂ ਫੋਟੋ ਪਾਣੀ ਹੁੰਦੀ ਹੈ ਉਸ ਚੱਕਰ ਦੇ ਜੀ ਵਿੱਚ ਕਈ ਵਾਰ ਫਿਰ ਜਿਮ ਜਾਣਾ ਪੈ ਜਾਂਦਾ ਕਿ ਨਹੀਂ ਜਾਇਆ ਨੇ। ਜਿਵੇਂ ਮੈਂ ਹੁਣ ਕੀਤਾ ਹਾਂਜੀ ਹੋਇਆ, ਮੈਂ 70 ਦੇ ਇੱਕ ਚੈਲੰਜ ਜਿਹਾ ਸ਼ੁਰੂ ਕੀਤਾ ਸੀ। ਬੇਸਿਕਲੀ ਉਹ ਰੀਜ਼ਨ ਕੀ ਸੀਗਾ, ਬੱਚੇ ਨੂੰ ਰੋਜ਼ ਬੁੱਕ ਪੜ੍ਹਾਉਣੀ ਸੀਗੀ, ਉਹ ਪੜ੍ਹਦਾ ਨਹੀਂ ਸੀ ਸਾਡੇ ਵਾਲਾ ਇੱਕ, ਤੇ ਹਾਂਜੀ ਉਹਦੇ ਨਾਲ ਇੱਕ ਬਣਾਇਆ ਸੀਗਾ ਕਿ ਰੋਜ਼ 10 ਪੇਜ ਘੱਟੋ ਘੱਟ ਬੁੱਕ ਦੇ ਪੜ੍ਹਨੇ ਆ, 45 ਮਿੰਟ ਵਰਕਆਊਟ ਕਰਨਾ। ਵਰਕਆਊਟ 'ਚ ਕੀ ਹੈ, ਮੈਂ ਸ਼ਾਮ ਨੂੰ ਉਹਨਾਂ ਨੂੰ ਸੈਰ ਤੇ ਲੈ ਜਾਂਦਾ ਸੀਗਾ, ਤੇ ਪਹਿਲਾਂ ਓਕੇ ਸਵਾ ਮਹੀਨਾ ਤਾਂ ਅਸੀਂ ਕੱਢਿਆ, ਕਿਉਂਕਿ ਉਸ ਤੋਂ ਬਾਅਦ ਤਾਂ ਹੁਣ ਠੰਡ ਹੋ ਗਈ, ਫਿਰ ਹੁਣ ਉਹ ਸੈਰ ਤੇ ਨਹੀਂ ਲੈ ਕੇ ਜਾਂਦਾ ਮੈਂ ਉਹਨਾਂ ਨੂੰ। ਤੇ ਉਹਦੇ ਹਾਂਜੀ ਨਾਲ ਕੀ ਹੈ ਕਿ ਕਈ ਵਾਰ ਨਾ ਮੂਡ ਵੀ ਨਹੀਂ ਹੁੰਦਾ, ਦਿਲ ਵੀ ਨਹੀਂ ਕਰਦਾ ਕਰਨ ਨੂੰ, ਪਰ ਉਸ ਚੱਕਰ 'ਚ ਫੋਟੋ ਦੇ ਚੱਕਰ 'ਚ ਕਈ ਵਾਰ ਜਿਮ ਜਾਣਾ ਪੈ ਜਾਂਦਾ। ਫਿਰ ਜਦੋਂ ਇੱਕ ਵਾਰੀ ਤੁਸੀਂ ਪਹੁੰਚ ਜਾਂਦੇ ਹੋ ਫਿਰ ਤੁਸੀਂ ਵਰਕਆਊਟ ਪੂਰਾ ਕਰ ਲੈਂਦੇ ਹੋ। ਤੇ ਆਈ ਥਿੰਕ ਜਿਹੜਾ ਹਾਂਜੀ ਤੁਸੀਂ ਨਾਲ ਵੀਡੀਓਜ਼ ਪਾ ਰਹੇ ਹੋ ਇਹ ਵੀ ਤੁਹਾਨੂੰ ਬਹੁਤ ਮੋਟੀਵੇਸ਼ਨ 'ਚ ਹੈਲਪ ਕਰਦਾ, ਤੇ ਆਈ ਥਿੰਕ ਸਾਰਿਆਂ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ। ਠੀਕ ਹੈ ਨਾ, ਬਿਲਕੁਲ ਆਪਣੇ ਬੰਦਿਆਂ ਨੂੰ ਪ੍ਰਮੋਟ ਵੀ ਕਰਨਾ ਚਾਹੀਦਾ, ਤੇ ਉਹਨਾਂ ਨੂੰ ਸਿੱਖ ਕੇ ਉਹਨਾਂ ਨੂੰ ਨਾਲ ਟੈਗ ਕਰਕੇ ਉਹਨਾਂ ਨੂੰ ਦੱਸੋ ਕਿ ਹਾਂ ਅਸੀਂ ਤੁਹਾਡੇ ਕਰਕੇ ਮੋਟੀਵੇਟ ਹੋ ਗਏ ਹਾਂ ਤੇ ਅੱਗੇ ਵਧੀਏ। ਬਹੁਤ ਸਾਰੇ ਕਈ ਵਾਰੀ ਲੋਕਾਂ ਦੇ ਮੈਸੇਜ ਆਉਂਦੇ ਕਿ ਮੈਂ ਤੁਹਾਡੀਆਂ ਵੀਡੀਓਜ਼ ਦੇਖ ਕੇ ਮੈਂ ਵਰਕਆਊਟ ਕਰਨਾ ਸ਼ੁਰੂ ਕੀਤਾ ਆ, ਤੁਹਾਡੀ ਵੀਡੀਓਜ਼ ਦੇਖ ਜੀ ਕੇ ਮੈਂ ਜਿਮ ਗਿਆ, ਅੱਜ ਗਈ ਆ, ਹਨਾ। ਤੇ ਜੀ ਹੋਰਾਂ ਨੂੰ ਜਦੋਂ ਮੋਟੀਵੇਸ਼ਨ ਮਿਲਦੀ ਹੈ ਫਿਰ ਤੁਸੀਂ ਸੋਚਦੇ ਹੋ ਕਿ ਯਾਰ ਮੈਂ ਕਿਸੇ ਵਾਸਤੇ ਆਈਡਲ ਆ, ਤੇ ਮੈਨੂੰ ਵੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਚਾਹੀਦਾ ਹੈ, ਤੇ ਬੀ ਕੰਸਿਸਟੈਂਟ ਐਂਡ ਜਸਟ ਨਹੀਂ ਬਿਲਕੁਲ ਜੀ, ਡੂ ਇਟ ਉਹ ਚੀਜ਼ ਫਿਰ ਮੈਟਰ ਕਰਦੀ ਹੈ। ਬਿਲਕੁਲ ਤੁਸੀਂ ਜਿਮ ਲਈ ਟਾਈਮ ਕੱਢਦੇ ਹੋ, ਕਿਉਂਕਿ ਟਾਈਮ ਕੱਢਣਾ ਸਪੈਸ਼ਲੀ ਕਈ ਵਾਰ ਕੀ ਹੈ 5 ਦਿਨ ਜਦੋਂ ਅਸੀਂ ਜੌਬ ਕਰਦੇ ਹਾਂ, ਤਾਂ ਕਈ ਵਾਰ ਜੌਬ ਤੇ ਵਧੀਆ ਦਿਨ ਹੁੰਦਾ, ਕਈ ਵਾਰ ਮਾੜਾ ਦਿਨ ਵੀ ਹੁੰਦਾ। ਜਦੋਂ ਮਾੜਾ ਹੁੰਦਾ ਫਿਰ ਉਹਦਾ ਅੱਗੇ ਵੀ ਇਫੈਕਟ ਪੈ ਜਾਂਦਾ, ਪਰ ਜਦੋਂ ਤੁਸੀਂ ਇੱਕ ਵਾਰੀ ਜਿਮ ਸ਼ੁਰੂ ਕਰ, ਇੱਕ ਕਾਈਂਡ ਆਫ ਜਿਮ ਤੋਂ ਤੁਹਾਨੂੰ ਮੋਟੀਵੇਸ਼ਨ ਮਿਲ ਜਾਂਦੀ ਹੈ ਕਿ ਕੰਮ ਤੇ ਜਾਣ ਦੀ, ਕਿਉਂਕਿ ਤੁਸੀਂ ਜਿਮ ਪਹਿਲਾਂ ਜਾ ਰਹੇ ਹੋ ਨਾ। ਤੇ ਮੈਂ ਵੀ ਲੋਕਾਂ ਨੂੰ ਹਾਂਜੀ ਇਹੀ ਕਹਿਣਾ ਕਿ ਇੱਕ ਸਰਕਲ ਹੈ, ਲੋਕ ਕੀ ਕਰਦੇ ਨੇ ਵੇਟ ਕਰਦੇ ਨੇ ਕਿ ਮੋਟੀਵੇਸ਼ਨ ਆ ਜਾਏ, ਮੋਟੀਵੇਸ਼ਨ ਆਊਗੀ ਤਾਂ ਅਸੀਂ ਜਿਮ ਜਾਵਾਂਗੇ।
ਤਾਂ ਮੈਂ ਕਹਿੰਦਾ ਕਿ ਮੋਟੀਵੇਸ਼ਨ ਦੀ ਵੇਟ ਨਾ ਕਰੋ, ਪਹਿਲਾਂ ਜਿਮ ਜਾਓ। ਜਿਮ 'ਚੋਂ ਜਦੋਂ ਰਿਜ਼ਲਟ ਮਿਲਣੇ ਆ, ਉਹ ਰਿਜ਼ਲਟ ਨੇ ਜਿਹੜੀ ਮੋਟੀਵੇਸ਼ਨ ਲੈ ਕੇ ਆਣੀ ਹੈ, ਉਹ ਸਰਕਲ ਚੱਲੇਗਾ। ਸੋ ਦਾ ਫਰਸਟ ਥਿੰਗ ਦੇ ਨੀਡ ਟੂ ਗੋ ਜਿਮ, ਦੇ ਨੀਡ ਟੂ ਪੁਸ਼ ਦੈਮਸੈਲਫ ਕਿ ਇੱਕ ਵਾਰੀ ਆਪਾਂ ਜਿਮ ਚਲੇ ਗਏ, ਫਿਰ ਉਸ ਤੋਂ ਬਾਅਦ ਉਹ ਸਰਕਲ ਚੱਲ ਪਏਗਾ। ਇਟਸ ਆਲ ਤੇ ਇਨ ਯੋਰ ਸੰਦੀਪ, ਮਾਈਂਡ, ਤੁਹਾਡੀ ਵਿਲ ਪਾਵਰ ਸਟਰੋਂਗ ਹੈ, ਤੁਸੀਂ ਕੁਝ ਵੀ ਕਰ ਸਕਦੇ ਆ। ਬਿਲਕੁਲ ਦੈਟਸ ਦਾ ਮੇਨ ਥਿੰਗ ਨਾ। ਨਹੀਂ ਤਾਂ ਕਹੀ ਜਾਂਦੇ ਨੇ ਠੰਡ ਬਹੁਤ ਹੈ, ਗਰਮੀ ਬਹੁਤ ਹੈ, ਅੱਜ ਮੂਡ ਨਹੀਂ ਹੈ, ਅੱਜ ਸਿਰ ਦੁਖ ਰਿਹਾ, ਅੱਜ ਲੱਤ ਦੁਖ ਰਹੀ ਹੈ, ਅੱਜ ਬਾਂਹ ਦੁਖ ਰਹੀ ਹੈ। ਤੇ ਆਪਣੇ ਲੋਕ ਜ਼ਿਆਦਾਤਰ ਨਾ ਸਿੱਧੇ ਕੀ ਹੈ ਕਿ ਪਿਲਸ ਕੰਜ਼ਿਊਮ ਕਰਨ ਲੱਗ ਜਾਂਦੇ ਨੇ। ਆਪਣੇ ਲੇਡੀਜ਼ ਨੂੰ ਸਭ ਤੋਂ ਵੱਧ ਥਾਇਰਾਇਡ ਦੀ ਪ੍ਰੋਬਲਮ ਹੈ, ਆਇਰਨ ਦੀ ਡੈਫੀਸ਼ੀਐਂਸੀ ਹੈ, ਪੀਸੀਓਐਸ ਪੀਸੀਓਡੀ ਹੈ। ਤੇ ਉਹ ਸਾਨੂੰ ਨਾ ਐਕਚੁਅਲੀ ਸਾਡੀ ਕਮਿਊਨਿਟੀ 'ਚ ਤੁਹਾਡੇ ਵਰਗੇ ਹੋਰ ਜ਼ਿਆਦਾ ਸਾਨੂੰ ਕੁੜੀਆਂ ਦੀ ਲੋੜ ਹੈ ਕਿ ਜਿਹੜੇ ਸਾਰਿਆਂ ਨੂੰ ਮੋਟੀਵੇਟ ਕੀਤੇ ਜਾਵੇ, ਕਿਉਂਕਿ ਸਾਡੀ ਜਿਹੜੀ ਆਪਣੇ ਪੰਜਾਬ ਦੀਆਂ ਉਮਰਾਂ ਨਾ, ਉਮਰ ਬਹੁਤ ਘੱਟ ਹੈ ਸਾਡੇ ਪੰਜਾਬ ਦੀ। ਸਾਡੇ ਪੰਜਾਬ ਦੀ ਜੇ ਆਪਾਂ 30 ਸਾਲ ਤੋਂ ਬਾਅਦ ਦੀ ਗੱਲ ਕਰੀਏ, ਈਵਨ ਕਿ ਸਾਡੇ ਪੰਜਾਬੀ ਬਾਹਰ ਵੀ ਆ ਗਏ ਨਾ, ਤਾਂ 30 ਸਾਲ ਤੋਂ ਬਾਅਦ ਹਰ ਤੀਜੇ ਚੌਥੇ ਲੇਡੀ ਨੂੰ ਕੋਈ ਨਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੈ। ਜੈਂਟਸ ਨੂੰ ਹਰ 40 ਸਾਲ ਤੋਂ ਬਾਅਦ ਪ੍ਰੋਬਲਮ ਹੈ ਕਿਸੇ ਨਾ ਕਿਸੇ ਦੀ। ਸਾਡੀਆਂ ਜੌਬਾਂ ਉੱਦਾਂ ਦੀਆਂ ਹੋ ਗਈਆਂ, ਜਾਂ ਅਸੀਂ ਫਸਟ ਜਨਰੇਸ਼ਨ, ਅਸੀਂ ਟੈਨਸ਼ਨਾਂ ਵੱਧ ਲੈ ਰਹੇ ਹਾਂ। ਪਰ ਸਾਨੂੰ ਨਾਲ ਨਾਲ ਇਸ ਚੀਜ਼ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਨਹੀਂ ਤਾਂ ਕੀ ਹੈ ਕਿ ਲੋਕਾਂ ਦਾ ਡਾਈਟ ਦੇ ਵਿੱਚ ਕੀ ਹੈ ਕਿ ਸਾਰੇ ਟਾਈਮ ਹੀ ਡਾਈਟ ਦੇ ਵਿੱਚ ਨਿਕਲ ਰਿਹਾ। ਰਾਤ ਨੂੰ ਸੋਚ ਰਹੇ ਨੇ ਕਿ ਸਵੇਰੇ ਕੀ ਖਾਣਾ, ਸਵੇਰੇ ਸੋਚ ਰਹੇ ਆ ਰਾਤ ਨੂੰ ਕੀ ਖਾਣਾ। ਜੀ ਤੇ ਇਦਾਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਵੀ ਡਾਈਟ ਆਪਾਂ ਕਿਵੇਂ ਹੁੰਦਾ ਨਾ, ਕਿਸੇ ਨੂੰ ਦੇਖ ਦੇਖ ਕੇ ਆਪਾਂ ਹਰ ਇੱਕ ਦਾ ਲਾਈਫ ਸਟਾਈਲ ਫੋਲੋ ਕਰਨ ਦੀ ਕੋਸ਼ਿਸ਼ ਕਰਦੇ। ਬਹੁਤ ਸਾਰੇ ਲੋਕਾਂ ਨੂੰ ਦੇਖਦੇ ਆ, ਫਲਾਣਾ ਆ ਕਰ ਰਿਹਾ, ਉਹ ਆ ਕਰ ਰਿਹਾ, ਹਰ ਇੱਕ ਚੀਜ਼ ਤੋਂ ਆਪਾਂ ਕੁਛ ਨਾ ਕੁਛ ਸਿੱਖਦੇ ਆ। ਬਟ ਇਹ ਨਾ, ਉਹਨਾਂ ਦਾ ਲਾਈਫ ਸਟਾਈਲ ਵੱਖਰਾ, ਸਾਡਾ ਲਾਈਫ ਸਟਾਈਲ ਵੱਖਰਾ, ਆਪਾਂ ਉਹਦੇ ਅਕੋਰਡਿੰਗਲੀ ਚੱਲਣਾ ਨਾ। ਤੋ ਜੀ ਜੋ ਜੀ ਜੀ ਤੁਹਾਨੂੰ ਜੀ ਸੂਟ ਕਰਦਾ, ਤੁਹਾਡੀ ਲਾਈਫ ਨੂੰ ਸੂਟ ਕਰਦਾ, ਤੁਸੀਂ ਉਸ ਤਰੀਕੇ ਨਾਲ ਚੱਲੋ। ਹਰ ਇੱਕ ਦੀ ਜੀ ਲਾਈਫ ਡਿਫਰੈਂਟ ਹੈ, ਕੋਈ ਕੰਮ ਕੁਛ ਕਰ ਰਿਹਾ, ਕੋਈ ਸਿਟਿੰਗ ਜੌਬ ਕਰ ਰਿਹਾ, ਕੋਈ ਫਿਜ਼ੀਕਲ ਕੰਮ ਕਰ ਰਿਹਾ। ਤਾਂ ਡਾਈਟ ਵੀ ਉਹਦੇ ਅਕੋਰਡਿੰਗਲੀ ਹੋਣੀ ਚਾਹੀਦੀ ਹੈ। ਜਿਹੜਾ ਬੰਦਾ ਬਹਿ ਕੇ ਜੌਬ ਕਰ ਰਿਹਾ, ਉਹਦੀ ਡਿਫਰੈਂਟ ਡਾਈਟ ਹੋਊਗੀ। ਜਿਹੜਾ ਬੰਦਾ ਸਾਰਾ ਦਿਨ ਫਿਜ਼ੀਕਲ ਕੰਮ ਕਰ ਰਿਹਾ, ਉਹਦੀ ਡਿਫਰੈਂਟ ਡਾਈਟ ਹੋਊਗੀ। ਜੀ ਤੋ ਜੀ ਜੀ। ਆਪਾਂ ਉਹਦੇ ਅਕੋਰਡਿੰਗਲੀ ਆਪਣਾ ਡਾਈਟ ਪਲਾਨ ਕਰ ਸਕਦੇ ਹਾਂ। ਤੇ ਸੰਦੀਪ, ਕਦੇ ਤੁਸੀਂ ਵੀ ਉਹ ਜਿਹੜੀਆਂ ਨਵੀਆਂ ਡਾਈਟਾਂ ਚੱਲੀਆਂ, ਇੰਟਰਮੀਟਿੰਗ ਫਾਸਟਿੰਗ ਹੋ ਗਈ, ਕੀਟੋ ਡਾਈਟ ਹੋ ਗਈ, ਫਲਾਨੀ ਡਾਈਟ ਹੋ ਗਈ, ਢਮਕਾਨੀ ਡਾਈਟ ਹੋ ਗਈ, ਕਦੇ ਉਹਦੇ ਨਾਲ ਵੀ ਪੰਗਾ ਪੁੰਗਾ ਲਿੱਤਾ ਕੋਈ? ਮੈਂ ਨਾ ਚਾਹੁੰਦੇ ਹੋਏ ਵੀ ਮੇਰਾ ਇੰਟਰਮਿਟੈਂਟ ਫਾਸਟਿੰਗ ਹੋ ਜਾਂਦੀ ਹੈ। ਲਾਈਕ ਕਹਿ ਲਓ ਕਿ ਮੈਂ ਜਿਵੇਂ ਮੇਰਾ ਰੂਟੀਨ ਹੀ ਐਵੇਂ ਦਾ ਨਾ ਕਿ ਮੈਂ ਜੀ 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 7 ਵਜੇ ਮੇਰਾ ਡਿਨਰ ਹੋ ਜਾਂਦਾ ਸ਼ਾਮ ਨੂੰ, ਕੰਮ ਤੇ ਜੌਬ ਤੇ ਡਿਨਰ ਹੋ ਜਾਂਦਾ ਸ਼ਾਮ ਨੂੰ 7 ਵਜੇ। ਤੇ 7 ਵਜੇ ਤੋਂ ਲੈ ਕੇ ਮੈਂ ਜੌਬ ਫਿਨਿਸ਼ ਕਰਦੀ ਹਾਂ ਆਪਦੇ 12-1 ਵਜੇ। ਜੀ ਤੇ ਆ ਕੇ ਸੋ ਜਾਣਾ ਆ। 7 ਵਜੇ ਦਾ ਡਿਨਰ ਖਾਦਾ, ਅਗਲੇ ਦਿਨ 10 ਵਜੇ ਉੱਠ ਕੇ ਜਿਮ ਜਾਣਾ, ਜਿਮ ਤੋਂ ਬਾਅਦ ਤੋਂ ਆ ਕੇ 11 11:30 12 ਵਜੇ ਜਿਹੜੀ ਮੇਰਾ ਫਸਟ ਮੀਲ ਹੁੰਦਾ ਹੈ। ਸੋ ਜੀ। ਉਹ ਆਪਣੇ ਆਪ ਹੀ ਮੇਰੀ ਫਾਸਟਿੰਗ ਹੋ ਜਾਂਦੀ, ਮੈਨੂੰ ਕਰਨ ਦੀ ਲੋੜ ਨਹੀਂ ਹੈ। 7-8 ਘੰਟੇ ਤੇ ਇਹ ਉਹੀ ਚੱਲਦਾ ਰੂਟੀਨ ਫਿਰ। ਮੇਰਾ ਜਦੋਂ ਬਣਿਆ ਹੋਇਆ। ਜਦੋਂ ਜੌਬ ਤੇ ਆਉਂਦੇ ਹੋ, ਫਿਰ ਕੋਈ ਚਾਹ ਕੋਈ ਕੁਛ ਨਹੀਂ, ਮਤਲਬ ਆ ਕੇ ਬਸ ਸੌਣਾ? ਹਾਂਜੀ, ਬਸ ਆ ਕੇ ਸੌਣਾ ਹੈ। 7 ਵਜੇ ਦਾ ਡਿਨਰ ਹੋ ਜਾਂਦਾ, ਉਸ ਤੋਂ ਬਾਅਦ ਆ ਕੇ ਸਿੱਧਾ ਸੌ ਜਾਣਾ, ਉੱਠ ਕੇ ਜਿਮ ਜਾਣਾ। ਜਿਮ ਜਾਣ ਤੋਂ ਪਹਿਲਾਂ ਮੈਂ ਕੁਛ ਨਹੀਂ ਖਾਂਦੀ, ਤਾਂ ਖਾਲੀ ਪੇਟ ਜਾਂਦੀ ਹਾਂ। ਤੇ ਉਸ ਤੋਂ ਬਾਅਦ ਆ ਕੇ ਜਿਮ ਤੋਂ ਬਾਅਦ ਮੇਰਾ ਫਰਸਟ ਮੀਲ ਹੁੰਦਾ, ਮੇਰੀ ਸਮੂਦੀ ਹੁੰਦੀ ਹੈ। ਉਸ ਤੋਂ ਬਾਅਦ ਮੈਂ ਲੰਚ ਵਿੱਚ 2 ਰੋਟੀਆਂ ਖਾਂਦੀ ਹਾਂ, ਤੇ ਮੈਂ ਡਿਨਰ ਵਿੱਚ ਵੀ 2 ਰੋਟੀਆਂ ਖਾਂਦੀ ਹਾਂ। ਪਲੱਸ ਮੇਰਾ ਸੈਲਡ, ਮੇਰਾ ਫਰੂਟ ਦਾ ਸਰਵ, ਮੇਰੇ ਬੋਇਲਡ ਐਗਸ, ਉਹ ਨਾਲ ਦੀ ਨਾਲ ਮੈਂ ਖਾਂਦੀ ਹਾਂ ਵਿੱਚ ਇਨ ਬਿਟਵੀਨ। ਤੇ ਮਤਲਬ ਤੁਸੀਂ ਬਾਕੀ ਆਪਣੇ ਆਪ ਜਿੰਨਾ ਕੁ ਵਰਕਆਊਟ ਆ ਉਸ ਹਿਸਾਬ ਦੇ ਨਾਲ ਤੁਸੀਂ ਪ੍ਰੋਪਰ ਖਾਂਦੇ ਹੋ ਨਾ? ਇਦਾਂ ਦਾ ਕੋਈ ਨਹੀਂ ਹੈ ਹਾਂਜੀ ਕਿ ਬੰਦਾ ਕਹਿੰਦਾ ਕਿ ਨਹੀਂ ਆਹ ਚੀਜ਼ ਨਹੀਂ ਖਾਣੀ, ਉਹ ਚੀਜ਼ ਨਹੀਂ ਖਾਣੀ। ਤੇ ਸੰਦੀਪ, ਹਾਂਜੀ, ਦੋ ਟਾਈਮ। ਜਿਹੜੀਆਂ ਇਹ ਟੀ ਵਗੈਰਾ, ਗ੍ਰੀਨ ਟੀ ਹੋ ਗਈ ਜਾਂ ਬਲੈਕ ਕਾਫੀ ਹੋ ਗਈ ਜਾਂ ਲੈਮਨ ਵਾਟਰ ਸਵੇਰੇ ਸਵੇਰੇ ਹੋ ਗਿਆ, ਤੇ ਇਹਦੇ ਬਾਰੇ ਕੀ ਵਿਚਾਰ ਹੈ? ਮੈਂ ਕਦੇ ਇਹੋ ਜਿਹੇ ਪੰਗੇ ਲਏ ਨਹੀਂ, ਮੈਨੂੰ ਲੱਗਦਾ ਵੀ ਨਹੀਂ ਇਹ ਨਹੀਂ, ਚੀਜ਼ਾਂ ਲੋਕ ਵਰਕ ਤਾਂ ਪੁੱਛਦੇ ਕਰਦੀਆਂ ਹੋਣੇ ਨਾ, ਹੋਣਗੀਆਂ। ਆਬਵੀਅਸਲੀ ਯੂ ਆਰ ਦਾ ਇਨਫਲੂਐਂਸਰ, ਤੇ ਲੋਕ ਪੁੱਛਦੇ ਹੋਣੇ ਨਾ ਕਿ ਦੀਦੀ ਦੱਸੋ ਇਹ ਲੈਮਨ ਵਾਟਰ ਸਵੇਰੇ ਪੀ ਲਈਏ ਉਹਦੇ ਨਾਲ ਕੀ ਹੋ ਜਾਊਗਾ? ਤੇ ਉਹਨਾਂ ਨਾਲ ਕਿੱਦਾਂ ਦੱਸਦੇ ਹੋ ਤੁਸੀਂ, ਉਹਨਾਂ ਨੂੰ ਕੀ ਕਹਿੰਦੇ ਹੋ? ਇਹ ਵਰਕ ਕਰਦੀ ਆ, ਬਟ ਕਈ ਲੋਕੀ ਕਹਿੰਦੇ ਵੀ ਇਹ ਚੀਜ਼ਾਂ ਕਰਨ ਨਾਲ weight ਨੂੰ ਫਰਕ ਪੈਂਦਾ, ਪਰ ਮੈਨੂੰ ਲੱਗਦਾ ਇਹ ਚੀਜ਼ਾਂ ਨੂੰ ਕੋਈ ਫਰਕ ਪੈਂਦਾ ਹੋਊਗਾ ਅਨਲੈਸ ਯੂ ਆਪਣੇ ਆਪ ਨੂੰ ਫਿਜ਼ੀਕਲੀ ਐਕਟਿਵ ਰੱਖੋ, ਤੇ ਵਧੀਆ ਹੈਲਦੀ ਚੀਜ਼ਾਂ ਖਾਓ, ਤੇ ਆਪਣਾ ਮੈਟਾਬੋਲਿਜ਼ਮ ਸਟਰੋਂਗ ਕਰੋ। ਜੇ ਤੁਸੀਂ ਜੀ ਤੁਹਾਡਾ ਮੈਟਾਬੋਲਿਜ਼ਮ ਵਧੀਆ ਹੈ, ਤੇ ਨੋ ਮੈਟਰ ਤੁਸੀਂ ਕੀ ਖਾ ਰਹੇ ਹੋ, ਤੁਹਾਡੀ ਬੋਡੀ ਨੇ ਡਾਈਜੈਸਟ ਕਰ ਲੈਣਾ ਹੈ। ਪਰ ਬਿਲਕੁਲ ਜੇ ਜੀ। ਤੁਸੀਂ ਆਪਣੇ ਨਹੀਂ ਵਰਕ ਕਰ ਰਹੇ, ਵਰਕਆਊਟ ਹੀ ਨਹੀਂ ਕਰ ਰਹੇ, ਤੁਸੀਂ ਘਰੇ ਬੈਠੇ ਲੈਮਨ ਵਾਟਰ ਹੀ ਪੀ ਜਾ ਰਹੇ ਹੋ, ਤਾਂ ਉਹ ਚੀਜ਼ ਨੇ ਤੁਹਾਡੀ ਫੈਟਸ ਵੀ ਬਰਨ ਕਰਨੀ ਹੈ। ਜਦੋਂ ਨਵਾਂ ਨਵਾਂ ਸ਼ੁਰੂ ਕੀਤਾ ਸੀ ਅੱਜ ਤੋਂ 4-5 ਸਾਲ ਪਹਿਲਾਂ, ਸੰਦੀਪ, ਉਸ ਵੇਲੇ ਫਿਰ ਕੋਈ ਗ੍ਰੀਨ ਟੀ ਪੀਤੀ ਹੋਵੇ ਕਿ ਨਹੀਂ? ਕਿ ਕੋਈ ਨਵਾਂ ਨਵਾਂ ਜੋਸ਼ ਹੁੰਦਾ ਤੇ ਬੰਦਾ ਕਹਿੰਦਾ ਕਿ ਨਹੀਂ ਨਹੀਂ ਰਿਜ਼ਲਟ ਆਪਾਂ ਨੂੰ ਛੇਤੀ ਛੇਤੀ ਆ ਜਾਣ, ਕਿਉਂਕਿ ਉਸ ਵੇਲੇ ਤਾਂ ਚਲੋ ਆਪਾਂ ਸਟਾਰਟਿੰਗ ਫੇਸ ਤੇ ਸੀਗੇ ਨਾ। ਤਾਂ ਉਸ ਵੇਲੇ ਕੋਈ ਗ੍ਰੀਨ ਟੀ ਆਈ ਹੋਵੇ, ਕਿਸੇ ਨੇ ਦੱਸਿਆ ਹੋਵੇ ਕਿ ਗ੍ਰੀਨ ਟੀ ਪੀ ਲਓ, ਇਹਦੇ ਨਾਲ ਛੇਤੀ ਲੂਜ਼ ਹੋ ਜਾਊਗਾ ਜਾਂ ਫਲਾਣਾ ਢਿਮਕਾਣਾ, ਗ੍ਰੀਨ ਟੀ ਕੋਈ ਇਦਾਂ ਦਾ ਵੈਸੇ ਪੀਣੀ ਸਹੀ ਹੈ ਤੁਹਾਡੀ ਸਿਹਤ ਲਈ, ਤੁਸੀਂ ਵਨਸ ਇਨ ਡੇ ਪੀ ਸਕਦੇ ਆ ਆਫਟਰ ਮੀਲ ਕਿਸੇ ਵੀ ਟਾਈਮ। ਬਟ ਜੇ ਤੁਸੀਂ ਜੀ ਸੋਚਦੇ ਹੋ ਵੀ ਇਕੱਲੀ ਗ੍ਰੀਨ ਟੀ ਪੀਣਾ ਤੁਸੀਂ weight lose ਕਰ ਲਓਗੇ ਜਾਂ ਕਿੱਦਾਂ ਵੀ ਆ, ਉਹ ਚੀਜ਼ ਨਹੀਂ ਵਰਕ ਕਰਦੀ। ਵੈਸੇ ਗ੍ਰੀਨ ਟੀ ਤੁਸੀਂ ਪੀ ਸਕਦੇ ਆ, ਇਟਸ ਹੈਲਦੀ। ਬਟ ਮੈਂ ਇਹੋ ਜਿਹੇ ਵੀ ਅੱਗੇ weight lose ਵਾਸਤੇ ਕਦੇ ਟ੍ਰਾਈ ਨਹੀਂ ਕੀਤੇ, ਨਾ ਹੀ ਕਦੇ ਪਾਰਟਿਕੂਲਰ ਡਾਈਟ ਪਲਾਨ ਫੋਲੋ ਕੀਤਾ ਵੀ ਮੈਂ ਰੋਟੀ ਛੱਡਦਾ ਜਾਂ ਮੈਂ ਸੈਲਡ ਤੇ ਚਲੀ ਜਾਵਾਂ ਜਾਂ ਮੈਂ ਕੀਟੋ ਤੇ ਚਲੀ ਜੀ ਜਾਵਾਂ। ਇਹੋ ਜਿਹਾ ਮੈਂ ਕੋਈ ਡਾਈਟ ਪਲਾਨ ਨਹੀਂ ਫੋਲੋ ਕੀਤੇ, ਮੈਂ ਨਾਰਮਲੀ ਡਾਈਟ ਰੱਖੀ ਹੈ। ਬਟ ਇਹ ਹੈ ਕਿ ਮੈਂ ਜੀ ਬਾਹਰੋਂ ਜੰਕ ਫੂਡ ਬਿਲਕੁਲ ਅਵੋਇਡ ਕੀਤਾ, ਬਾਹਰਲੀਆਂ ਚੀਜ਼ਾਂ ਖਾਣੀਆਂ, ਸ਼ੂਗਰ ਖਾਣੀ ਮੀਨਸ ਮਿੱਠਾ ਬਹੁਤ ਜ਼ਿਆਦਾ
ਨਹੀਂ ਮੈਂ ਵੈਸੇ ਵੈਸੇ ਤਾਂ ਮੈਂ ਚਾਹ ਪੀਂਦੀ ਨਹੀਂ ਹਾਂ ਤੇ ਜੀ। ਮਿੱਠੇ ਦਾ ਸਿਰਫ ਕਦੇ ਕਦੇ ਮੀਨਸ ਕਦੇ ਕਰੇਵਿੰਗ ਹੋਵੇ ਤਾਂ ਕਦੇ ਕੁਛ ਕਦੇ ਕੁਛ ਘਰੇ ਕਦੇ ਬਣਾ ਕਦੇ ਕੇ ਮੈਂ ਦੇਖਿਆ ਖਾਂਦੀ ਆ ਉਹ ਬਰਫੀ ਜੀ ਬਣਾ ਲੈਂਦੇ ਹੁੰਦੇ ਹੋ। ਹਾਂਜੀ ਖਾ ਲਈਆਂ ਕਦੇ ਕਦੇ ਬਟ ਬਰਫੀ ਉਸ ਬੁਰਫੀ ਤੋਂ ਬਣਾ ਇਲਾਵਾ ਲੈਂਦੇ ਮੇਰੀ ਹੋ। ਦਿਨ ਦੇ ਪੂਰੇ ਦਿਨ ਦੇ ਮੀਲ ਵਿੱਚ ਮੇਰੇ ਮਿੱਠੇ ਦਾ ਕੋਈ ਸਰਵ ਨਹੀਂ ਹੁੰਦਾ ਤੇ ਹਮ, ਨੈਚੁਰਲ ਸ਼ੂਗਰ ਮੈਂ ਆਪਣੇ ਫਰੂਟਸ ਚੋਂ ਲੈ ਲੈਂਦੀ ਹਾਂ ਫਰੂਟਸ ਖਾਂਦੀ ਆ ਤੇ ਫਰੂਟਸ ਜੀ ਮੈਨੂੰ ਬਹੁਤ ਪਸੰਦ ਆ ਸੈਲਡ ਖਾਣੀ ਆ ਡੇਲੀ ਸੈਲਡ ਖਾਣਾ ਹੈ ਬੋਇਲਡ ਐਗਸ ਐਂਡ ਪ੍ਰੋਟੀਨ ਆਪਣਾ ਪ੍ਰੋਪਰ ਲੈਣੀ ਆ ਮੈਂ ਤੇ ਉਹਦੇ ਜੀ ਨਾਲ ਹੀ ਤੁਹਾਡਾ ਬਹੁਤ ਮੀਨਸ ਤੁਸੀਂ ਹੈਲਦੀ ਵੀ ਰਹਿੰਦੇ ਹੋ ਤੁਹਾਡੇ means ਸਾਰੇ ਆਪਣੇ ਤੁਹਾਨੂੰ ਨਿਊਟ੍ਰੀਐਂਟਸ ਵੀ ਮਿਲ ਜਾਂਦੇ ਆ ਤੇ ਡਾਈਟ ਵੀ ਤੁਹਾਡੀ ਵਧੀਆ ਜੀ। ਹੁੰਦੀ ਹੈ ਜਦੋਂ ਜਦੋਂ ਵੀਕਐਂਡ ਤੇ ਬਾਹਰ ਜਾਂਦੇ ਹੋ ਫਿਰ ਕਿਵੇਂ ਡਾਈਟ ਨੂੰ ਅਕੋਮੋਡੇਟ ਕਰਦੇ ਹੋ? ਵੀਕਐਂਡ ਤੇ ਮੇਰਾ ਹੁੰਦਾ ਕਿ ਕਈ ਵਾਰੀ ਜਸਟ ਫॉर ਅ ਚੇਂਜ ਵਾਂਸ ਇਨ ਅ ਫੋਰਟਨਾਈਟ ਆਪਾਂ ਬਾਹਰ ਕਿਤੇ ਜੀ ਖਾ ਸਕਦੇ ਹਾਂ ਨਾ ਤੇ ਮੈਂ ਆਪਣੇ ਜੀ ਆਪ ਨੂੰ ਲਾਈਕ ਉੱਪਰ ਕਰਨ ਲਈ ਕਈ ਵਾਰੀ ਜਾਂ ਇੰਡੀਅਨ ਰੈਸਟੋਰੈਂਟ 'ਚ ਡਿਨਰ ਕਰ ਲਿਆ ਜਾਂ ਫਿਰ ਕਦੇ KFC ਵਗੈਰਾ ਖਾ ਲਿਆ ਚਿਕਨ ਰੈਪ ਵਗੈਰਾ ਨੇ ਮਤਲਬ ਜਿੱਦਾਂ ਜਿੱਦਾਂ ਵੀਕਐਂਡ ਕਿਉਂਕਿ ਆਪਣਾ ਕੋਈ ਇਦਾਂ ਦਾ ਗੋਲ ਕਿਉਂਕਿ ਫਿਟਨੈਸ ਕੀ ਹੈ ਕਿ ਇੱਕ ਟਾਈਮ ਪੀਰੀਅਡ ਦੀ ਫਿਟਨੈਸ ਦਾ ਕੋਈ ਟਾਈਮ ਲਿਮਿਟ ਨਹੀਂ ਹੁੰਦੀ ਇਟਸ ਗੋਇੰ ਗੋ 올 ਦਾ ਵੇ। ਠੀਕ ਹੈ ਨਾ, ਜਦ ਤੱਕ ਇਹ ਤਾਂ ਆਪਾਂ ਲਾਈਫ ਜੀਂਦੇ ਟਾਈਮ ਹਾਂ ਦੀ ਉਦੋਂ ਤੱਕ ਇਹ ਚੱਲਦੀ ਰਹਿਣੀ ਹੈ। ਤੇ ਉਹਦੇ ਨਾਲ ਕੀ ਹੈ ਕਿ ਆਪਾਂ 6 ਵੀਕ ਜਾਂ 8 ਵੀਕ ਜਾਂ 10 ਵੀਕ ਲਈ ਨਹੀਂ ਕਰ ਰਹੇ ਤਾਂ ਉਹ ਇੱਕ ਮੇਨਟੇਨੈਂਸ ਹਾਂਜੀ ਫੇਸ ਆ ਗਿਆ ਕਿ ਤੁਸੀਂ 2 ਦਿਨ ਆਪਣੇ ਆਪ ਨੂੰ ਛੁੱਟੀ ਦਿੱਤੀ ਹੈ ਜਿਵੇਂ ਕੰਮ ਤੋਂ। ਉਹਦੇ ਨਾਲ ਮੈਂ ਹਾਂਜੀ ਕਹਿੰਦਾ ਕਿ 2 ਦਿਨ ਆਪਾਂ ਨੂੰ ਬਾਹਰ ਖਾਣਾ ਇੱਕ ਦਿਨ ਜਦੋਂ ਮੇਨਟੇਨੈਂਸ ਕਰ ਰਹੇ ਹਾਂ ਤਾਂ ਉਸ ਵੇਲੇ ਹਾਂਜੀ ਕਾਈਂਡ ਆਫ ਲਾਈਕ ਜ਼ਰੂਰੀ ਵੀ ਹੋ ਜਾਂਦਾ। ਕਈ ਵਾਰ ਆਪਾਂ ਆਪਣੇ ਆਪ ਨੂੰ ਇੰਨਾ ਵੀਕਡੇ 'ਚ ਐਗਜ਼ੌਸਟ ਕਰ ਲੈਂਦੇ ਆ ਉਹ ਤੁਹਾਡੀ ਮੈਂਟਲ ਸੈਟਿਸਫੈਕਸ਼ਨ ਜਾਂ ਰਿਲੈਕਸਮੈਂਟ ਲਈ ਕਈ ਵਾਰ ਬਹੁਤ ਜ਼ਰੂਰੀ ਹੋ ਜਾਂਦਾ ਉਹ। ਤੇ ਆਈ ਥਿੰਕ ਜੀ ਉਹ ਆਪਾਂ ਨੂੰ ਹਰ ਇੱਕ ਨੂੰ ਇੱਕ ਚੀਟ ਡੇ ਰੱਖਣਾ ਚਾਹੀਦਾ ਕਿ ਹੁਣ ਬਿਲਕੁਲ ਕੀ ਹੈ ਕਿ ਜੇ ਆਪਾਂ ਸੱਤੇ ਦਿਨ ਹੁਣ ਜਿੱਦਾਂ ਬੱਚਿਆਂ ਨੂੰ ਆਇਆ ਅਸੀਂ ਕਰਦੇ ਹਾਂ। ਅਸੀਂ ਇੱਕ ਦਿਨ ਬੱਚਿਆਂ ਦਾ ਰੱਖਿਆ ਕਿ ਚਲੋ ਇੱਕ ਦਿਨ ਬਾਹਰ ਲੈ ਕੇ ਜਾਵਾਂਗੇ ਅਸੀਂ ਘਰੇ ਕੋਈ ਆਈਸਕ੍ਰੀਮ ਨਹੀਂ ਲੈ ਕੇ ਆਣੀ ਕੋਈ ਕੁਛ ਨਹੀਂ ਲੈ ਕੇ ਆਣਾ ਕਿਉਂਕਿ ਜੇ ਘਰੇ ਲਿਆਉਂਦੇ ਆ ਤਾਂ ਉਹ ਪੂਰੀ ਹਨੇਰੀ ਬੰਨ ਦਿੰਦੇ ਨੇ। ਇਹ ਤਾਂ ਚਾਹੇ ਉਹ ਹੁੰਦਾ। 6 ਵਾਲਾ ਪੈਕਟ ਲਿਆਓ 10 ਵਾਲਾ ਲਿਆਓ 12 ਵਾਲਾ ਲਿਆਓ ਉਹ ਸ਼ਾਮ ਤੱਕ ਮੁੱਕ ਹੀ ਜਾਣਾ। ਤਾਂ ਜੀ ਅਸੀਂ ਉਹਨਾਂ ਨੂੰ ਬਿਲਕੁਲ ਕਿਹਾ ਹੋਇਆ ਕਿ ਠੀਕ ਹੈ ਚਲੋ ਇੱਕ ਦਿਨ ਆਪਾਂ ਬਾਹਰ ਜਾਵਾਂਗੇ ਉਸ ਵੇਲੇ ਅਸੀਂ ਉਹਨਾਂ ਨੂੰ ਰੋਕੀਦਾ ਨਹੀਂ ਕਿੰਨਾ ਖਾ ਲੈਣਗੇ। ਬੱਚਾ ਵੈਸੇ ਹਮ ਹੀ ਜਾਂ ਅੱਧਾ ਟਾਈਮ ਸ਼ਾਪਿੰਗ 'ਚ ਨਿਕਲ ਦਿੰਦਾ ਕੁਛ ਨਾ ਕੁਛ ਲੈਣ ਦੇ ਵਿੱਚ ਉਸ ਤੋਂ ਬਾਅਦ ਕਿੰਨਾ ਖਾ ਹਾਂਜੀ ਲੈਣਗੇ ਉਹਦੇ ਨਾਲ ਕੀ ਹੈ ਕਿ ਉਹ ਇੱਕ ਬੈਲੈਂਸ ਬਣਿਆ ਰਹਿੰਦਾ। ਤੇ ਉਹ ਉਹੀ ਬੈਲੈਂਸ ਜਦੋਂ ਤੁਸੀਂ ਘਰ ਚੀਜ਼ ਲਿਆਉਂਗੇ ਤੇ ਖਾਧੀ ਜਾਂਦੀ ਹੈ ਉਹੀ ਤੁਸੀਂ ਗਰੋਸਰੀ ਕਰਨ ਲੈਣ ਜਾਂਦੇ ਹੋ ਮੇਕ ਸ਼ੋਰ ਕਿ ਤੁਸੀਂ ਉਹੀ ਚੀਜ਼ਾਂ ਲਿਆਓ ਜਿਹੜੀ ਤੁਸੀਂ ਐਕਚੁਅਲ ਚ ਖਾਣੀਆਂ ਤੇ ਹੈਲਦੀ ਹੈ ਤੁਸੀਂ ਜੰਕ ਜੀ ਫੂਡ ਆਪਣੀ ਟਰੋਲੀ ਚ ਨਹੀਂ ਪਾਓ ਤੇ ਖਾਓਗੇ ਕਿੱਦਾਂ ਤੁਸੀਂ ਘਰ ਹੋਊਗਾ ਨਹੀਂ ਤੇ ਖਾਓਗੇ ਨਹੀਂ ਬਿਲਕੁਲ ਬਿਲਕੁਲ ਜਿਹੜਾ ਜਿਹੜਾ ਸਮੋਕ ਕਰਦਾ ਉਹੀ ਸਿਗਰਟ ਖਰੀਦਦਾ। ਜਿਹੜਾ ਦਾਰੂ ਬਿਲਕੁਲ ਪੀਂਦਾ ਉਹੀ ਦਾਰੂ ਖਰੀਦਦਾ ਜਿਹੜਾ ਜਿਹਨੇ ਤੇ ਕਦੇ ਉਹੀ ਜ਼ਿੰਦਗੀ 'ਚ ਸਿਗਰਟ ਨਹੀਂ ਕੀਤੀ। ਬਿਸਕਿਟ ਜੇ ਉਹ ਲਟਰਮ ਪਟਰਮ ਲਿਆ ਕੇ ਆਪਣੀ ਟਰੋਲੀ ਚ ਸਿੱਟ ਲਓਗੇ ਆਬਵੀਅਸਲੀ ਤੁਸੀਂ ਖਾਣਾ ਹੀ ਹੈ ਤੇ ਤੁਸੀਂ ਲਿਆ ਰਹੇ ਹੋ ਤਾਂ ਹੀ ਲਿਆਂਦਾ ਨਾ ਤਾਂ ਹੀ ਲਿਆਂਦਾ ਜੇ ਉੱਥੇ ਕੰਟਰੋਲ ਕਰ ਲਿਆ ਫਿਰ ਘਰੇ ਵੀ ਕੰਟਰੋਲ ਹੋ ਜਾਊਗਾ ਆ ਕੇ। ਹਾਂਜੀ ਉੱਥੇ ਆਪੇ ਤਾਂ ਕੰਟਰੋਲ ਕਰੋ ਚੱਕਣ ਤੋਂ ਨਹੀਂ ਉਹ ਚੀਜ਼ ਜ਼ਰੂਰੀ ਹੈ ਤੇ ਮੈਂ ਸਾਰਿਆਂ ਨੂੰ ਦੱਸਦਾ ਜਿੰਨੇ ਸੁਣ ਰਹੇ ਆ ਜੇ ਕੋਈ ਲਾਈਵ ਗੱਲਬਾਤ ਕਰਨਾ ਚਾਹੁੰਦਾ ਨੰਬਰ ਮੈਂ ਪਿੱਛੇ ਲਿਖਿਆ ਹੋਇਆ +6145122960 ਇਸ ਨੰਬਰ ਤੇ ਕਾਲ ਕਰਕੇ ਆਪਾਂ ਲਾਈਵ ਗੱਲਬਾਤ ਕਰ ਸਕਦੇ ਆ ਤੇ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਪਲੀਜ਼ ਆ ਜਾਓ। ਤੇ ਕਮੈਂਟ ਬਹੁਤ ਆਏ ਨੇ ਪਰ ਆਪਾਂ ਕੋਈ ਵੀ ਕਮੈਂਟ ਵੱਲ ਧਿਆਨ ਨਹੀਂ ਗਿਆ ਮਾਫੀ ਚਾਹੁੰਦਾ ਸਾਰਿਆਂ ਦੇ। ਤੇ ਸੰਦੀਪ ਫਿਰ ਹੋਰ ਆਪਣਾ ਕੀ ਕਹਿੰਦੇ ਹੋ ਤੁਸੀਂ ਕਿ ਜੇ ਹੁਣ ਆਪਣਾ ਜਿਹੜਾ ਮੋਰਲ ਆਫ ਦਾ ਸਟੋਰੀ ਇਹ ਨਿਕਲਦਾ ਕਿ ਜਿਹੜੀਆਂ ਇਹ ਗ੍ਰੀਨ ਟੀਆਂ ਕਾਫੀਆਂ ਹੋ ਗਈਆਂ ਬਲੈਕ ਟੀਆਂ ਇਹ ਤੁਸੀਂ ਆਪਣੇ ਚ ਲਾਗੂ ਕੀਤਾ ਹੋਇਆ ਇਹ ਕੋਈ ਕੰਮ ਨਹੀਂ ਕਰਦੀਆਂ ਰੋਟੀ ਤੁਸੀਂ ਰੈਗੂਲਰ ਬੇਸ ਤੇ ਖਾਂਦੇ ਹੋ ਰਾਈਸ ਵੀ ਬਿਲਕੁਲ ਖਾਂਦੇ ਹੋ ਜੀ। ਮੈਂ ਅੱਜ ਤੱਕ ਡੇ 1 ਤੋਂ ਲੈ ਕੇ ਰੋਟੀ ਨਹੀਂ ਛੱਡੀ ਰੋਟੀ ਹਮੇਸ਼ਾ ਮੇਰੀ ਰੋਟੀ ਡਾਈਟ 'ਚ ਰਹੀ ਹੈ ਹਾਂਜੀ ਰੋਟੀ ਹੋ ਗਿਆ ਰਾਈਸ ਹੋ ਗਿਆ ਮਤਲਬ ਜਿਹੜੀ ਚੀਜ਼ਾਂ ਆਪਣੇ ਇੰਡੀਅਨ ਸੋਚਦੇ ਨੇ ਕਿ ਉਹ ਮਾੜੀ ਹੈ। ਹਾਂਜੀ ਨਹੀਂ ਤੇ ਰੋਟੀ ਸਬਜ਼ੀ ਤੇ ਮੈਂ ਪਿੱਛੇ ਕਮੈਂਟ ਆਇਆ ਜੀ ਮਾਈ ਫਰੈਂਡ ਲਵ ਟੂ ਈਟ ਲਟਰਮ ਪਟਰਮ ਇਟਸ ਵੈਰੀ ਲਟਰਮ ਹਾਰਡ ਫॉर ਪਟਰਮ ਮੀ ਟੂ ਇਗਨੋਰ ਲਟਰਮ ਪਟਰਮ ਮੈਂ ਕਿਹਾ ਕੋਈ ਕਿਸੇ ਕਿਸਮ ਦੀ ਸਪੈਸ਼ਲ ਰੈਸਿਪੀ ਆ ਗਈ। ਤੇ ਸੰਦੀਪ ਕਹਿਣ ਤੋਂ ਭਾਵ ਹੈ ਕਿ ਆਪਾਂ ਇਹੀ ਚੀਜ਼ ਹੈ ਕਿ ਆਪਾਂ ਉਹਨੂੰ ਇੱਕ ਵਾਰੀ ਰਿਪੀਟ ਕਰ ਦਈਏ ਕਿ ਕਿਉਂਕਿ ਆਪਾਂ ਨੂੰ ਇਹ ਜ਼ਿਆਦਾ ਸੁਣਨ ਦੀ ਲੋੜ ਹੈ ਕਿ ਆਪਾਂ ਰੋਟੀ ਚਾਵਲ ਇਹ ਸਭ ਕੁਝ ਖਾ ਕੇ ਆਪਣਾ weight ਮੇਨਟੇਨ ਕਰ ਸਕਦੇ ਹਾਂ। ਸੰਦੀਪ ਵਿੱਚ ਕਾਲ ਆਂਦੀ ਆਪ ਇੱਕ ਕਾਲ ਲੈ ਲਈਏ ਜੀ। ਹਾਂਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਡੇ ਨਾਲ ਆਉਣੇ ਹੋ ਕੌਣ ਬੋਲ ਰਹੇ ਜੀ? ਹੈਲੋ 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 ਆਵਾਜ਼ ਆਈ ਨਹੀਂ ਉਹਨਾਂ ਦੀ। ਚਲੋ ਦੁਬਾਰਾ ਕਾਲ ਕਰ ਲਓ ਜੀ ਜਿਨ੍ਹਾਂ ਦੀ ਕਾਲ ਮਿਸ ਹੋ ਗਈ ਐਨੀਵੇ। ਤੇ ਸੰਦੀਪ ਕੁਝ ਕੁਐਸਚਨ ਦੇਖ ਕਮੈਂਟ ਦੇਖ ਲਈਏ ਜੀ ਕਮੈਂਟ ਕੁਝ ਲੈਮਨ ਵਾਟ ਕੀ ਕਹਿੰਦੇ ਹੋ ਜੀ? ਜੀ ਕਹਿੰਦੇ ਜੀ, ਜੇ ਠੰਡ ਹੋਵੇ ਫਿਰ ਕੀ ਕਰਨਾ ਚਾਹੀਦਾ? ਠੰਡ ਹੋਵੇ ਤੇ ਠੰਡ ਹੋਵੇ ਤਾਂ ਵਰਕਆਊਟ ਕਰਨ ਨੂੰ ਦਿਲ ਨਹੀਂ ਕਰਦਾ ਤੇ ਫਿਰ ਕਿਵੇਂ ਕਰਨਾ ਚਾਹੀਦਾ ਜੀ? ਉੱਠੋ ਰਜਾਈ ਚੱਕ ਕੇ ਮਾਰੋ ਉੱਤੇ ਜਿਮ ਜਾਓ ਆਪੇ ਉਹੀ ਵਾਰਮ ਅਪ ਹੋਣਾ ਠੰਡ ਉਹੀ ਰੋੜ ਉਹ- ਜਾਂਦੀ ਫਿਰ
ਉਹੀ ਤਾਂ ਚੱਕੀ ਨਹੀਂ ਜਾਂਦੀ, ਉਹੀ ਤਾਂ ਚੀਜ਼ ਤੰਗ ਕਰਦੀ ਹੈ ਕਿ ਜ਼ੋਰ ਲਾ ਲਈਏ ਚੱਕੀ ਨਹੀਂ ਬਿਲਕੁਲ ਜਾਂਦੀ। ਮੈਂ ਬਿਲਕੁਲ ਜੰਪਰ ਪਾ ਕੇ ਐਂ ਬਿਲਕੁਲ ਕੋਜ਼ੀ ਜਿਹੀ ਹੋ ਕੇ ਜਾਂਦੀ ਹਾਂ ਜਿਮ ਤੇ। ਜਦੋਂ ਜਿਮ 'ਚ ਜਾਓ ਤੇ ਜਦੋਂ ਵਰਕਆਊਟ ਕਰੋ ਇੰਨੀ ਕੁ ਗਰਮੀ ਆ ਜਾਂਦੀ ਤੁਹਾਡੇ ਸਰੀਰ ਵਿੱਚ ਤੇ ਤੁਹਾਨੂੰ ਲੱਗਦਾ ਕਿ ਯਾਰ ਆਪਾਂ ਕਿੱਥੇ ਆ ਗਏ। ਇੱਕ ਨਾ ਸਹੀ ਇੱਕ ਬਾਤ। ਬੁੱਕ ਪੜ੍ਹਦਾ ਸੀ ਮੈਂ, ਉਹਦੇ 'ਚ ਉਹ ਦੱਸਿਆ ਹੋਇਆ ਸੀ ਇੱਕ ਜੈਪਨੀਜ਼ ਕਨਸੈਪਟ ਹੈ। ਉਸ ਕਨਸੈਪਟ ਦੇ ਹਾਂਜੀ ਵਿੱਚ ਕੀ ਕਹਿੰਦੇ ਨੇ ਕਿ ਤੇਰਾ ਜਿਹੜਾ ਤੁਹਾਡਾ ਡੇਲੀ ਟਾਸਕ ਹੈ ਨਾ, ਉਹਨੂੰ ਇੰਨਾ ਜ਼ਿਆਦਾ ਬਰੀਕ ਬਰੀਕ, ਇੰਨਾ ਜ਼ਿਆਦਾ ਟੁਕੜੇ ਕਰ ਲਓ ਉਹਦੇ, ਕਿ ਤੁਹਾਨੂੰ ਆਪ ਨੂੰ ਫੀਲ ਹੋਣ ਲੱਗ ਜਾਏ ਕਿ ਮੈਂ ਬਹੁਤ ਮਤਲਬ ਇਹ ਚੀਜ਼ ਤਾਂ ਮੈਂ ਕਰ ਸਕਦਾ ਹਾਂ। ਮਤਲਬ ਕਹਿਣ ਦਾ ਕਿ ਜੇ ਸਮਝ ਲਓ ਠੰਡ ਹੈ, ਤੁਸੀਂ ਜਿਮ ਜਾਣਾ, ਤਾਂ ਉਹਨੂੰ ਟੁਕੜਿਆਂ 'ਚ ਕਰ ਲਓ ਕਿ ਪਹਿਲਾ ਟੁਕੜਾ ਕੀ ਹੈ ਕਿ ਤੁਸੀਂ ਸਿਰਫ ਰਜਾਈ ਚੱਕ ਕੇ ਆਪਣੇ ਬੂਟ ਪਾਣੇ ਹੈ। ਠੀਕ ਹੈ ਜੀ। ਹਾਂਜੀ ਉਸ ਤੋਂ ਬਾਅਦ ਜੇ ਤੁਹਾਡਾ ਨਹੀਂ ਦਿਲ ਕਰਦਾ, ਕੋਈ ਚੱਕਰ ਨਹੀਂ, ਬੂਟ ਦੁਬਾਰਾ ਖੋਲ ਕੇ ਦੁਬਾਰਾ ਪੈ ਜਾਓ। ਠੀਕ ਹੈ ਜੀ। ਤੁਸੀਂ ਇੱਕ ਦਿਨ ਕਰੋਗੇ, ਦੂਜੇ ਦਿਨ ਤੁਸੀਂ ਕਹਿੰਦੇ ਹੋ ਕਿ ਚੱਲ ਹੁਣ ਬੂਟ ਪਾ ਲਏ, ਇੱਦਾਂ ਕਰਦਾ ਮੈਂ ਗੱਡੀ ਤੱਕ ਚਲਾ ਜਾਣਾ। ਦ ਸੈਕਿੰਡ ਸਟੈਪ ਕੀ ਹੈ? ਤੁਸੀਂ ਗੱਡੀ ਤੱਕ ਪਹੁੰਚ ਕੇ ਹਾਂਜੀ ਤਾਂ ਤੁਸੀਂ ਅਗਲਾ ਸਟੈਪ ਇਹ ਕਰਨਾ ਕਿ ਚੱਲ ਮੈਂ ਜਿਮ ਦੇ ਬਾਹਰ ਤੱਕ ਜਾ ਆਣਾ, ਜਿਮ ਦੇ ਕੋਲੋਂ ਮੁੜ ਆਊਂਗਾ, ਕੋਈ ਚੱਕਰ ਨਹੀਂ। ਹਮ, ਜਦੋਂ ਤੁਸੀਂ ਜਿਮ ਦੇ ਕੋਲ ਮੁੜ ਆਏ ਤਾਂ ਅਗਲੇ ਦਿਨ ਤੁਸੀਂ ਇੱਕ ਹੋਰ ਸਟੈਪ ਲੈਣਾ ਕਿ ਜਿਮ ਦੇ ਅੰਦਰ ਜਾ ਕੇ ਵਾਪਸ ਆ ਜਾਊਂਗਾ, ਕੋਈ ਲੋੜ ਨਹੀਂ ਹੈ ਮੈਨੂੰ ਵਰਕਆਊਟ ਕਰਨ ਦੀ। ਉਹ ਇੰਨੇ ਜ਼ਿਆਦਾ ਹਾਂਜੀ ਛੋਟੇ ਛੋਟੇ ਸਟੈਪ 'ਚ ਬਣ ਦੋ ਕਿ ਬੰਦਾ ਆਟੋਮੈਟਿਕਲੀ ਆਪਣਾ ਵਰਕਆਊਟ, ਕਿਉਂਕਿ ਇੱਕ ਵਾਰੀ ਤੁਸੀਂ ਸ਼ੁਰੂ ਹੋ ਜਾਂਦੇ ਹੋ, ਫਿਰ ਤੁਸੀਂ ਹਮ, ਫਿਨਿਸ਼ ਅਪ ਵੀ ਕਰ ਦਿੰਦੇ ਹੋ। ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਟਾਇਰਡ ਹੋ ਕੇ ਜਿਮ 'ਚ ਜਾਂਦੇ ਹੋ, ਮਤਲਬ ਤੁਹਾਡਾ ਬਿਲਕੁਲ ਦਿਲ ਨਹੀਂ ਕਰਦਾ, ਤੇ ਉਸ ਦਿਨ ਇਹ ਸਭ ਤੋਂ ਵਧੀਆ ਵਰਕਆਊਟ ਹੁੰਦਾ। ਹਾਂਜੀ ਕਈ ਵਾਰ ਇਵੇਂ ਵੀ ਹੋ ਜਾਂਦਾ ਨਾ ਸੰਦੀਪ, ਕਿ ਕਈ ਵਾਰ ਆਪਾਂ ਸੋਚ ਕੇ ਚੱਲਦੇ ਹਾਂ ਕਿ ਨਹੀਂ ਯਾਰ ਚੱਲ 10 ਮਿੰਟ ਲਾ ਜਾਂਦੇ ਆ, ਪਰ ਜਦੋਂ ਉੱਥੋਂ ਜਿਮ ਤੋਂ ਵਾਪਸ ਨਿਕਲਦੇ ਆ ਤਾਂ ਫਾਈਂਡ ਆਊਟ ਕਰਦੇ ਆ ਕਿ ਸਾਡਾ ਸਭ ਤੋਂ ਵਧੀਆ ਵਰਕਆਊਟ ਅੱਜ ਹੀ ਹੋਇਆ। ਕਦੇ ਮੈਂ ਕਦੇ ਸ਼ੁਰੂ ਇਦਾਂ ਸ਼ੁਰੂ ਆਪਣੇ ਨਾਲ ਵੀ ਹੋਇਆ? ਦਿਨੇ ਟਾਈਮ ਮੈਂ ਹੁਣੇ ਸ਼ੁਰੂ ਕੀਤਾ ਪਿਛਲੇ 1 ਸਾਲ ਤੋਂ। ਬਟ ਜਦੋਂ ਮੈਂ ਪਹਿਲਾਂ ਸਟਾਰਟਿੰਗ ਵਿੱਚ ਹਮੇਸ਼ਾ ਨਾਈਟ ਟਾਈਮ ਜਿਮ ਜਾਂਦੀ ਸੀ ਕਿਉਂਕਿ ਮੇਰੀ ਰਾਤ ਨੂੰ ਜੌਬ ਫਿਨਿਸ਼ ਹੁੰਦੀ ਸੀ 11:30 12 ਵਜੇ। ਤੇ ਰਾਤ ਦੇ ਜੀ 1 ਵਜੇ ਜਿਮ ਜਾਣਾ, 1 ਤੋਂ 2 ਵਜੇ ਤੱਕ ਰਾਤ ਦੇ ਜਿਮ ਲਾਣੀ ਹੈ ਜੀ ਜੌਬ ਤੋਂ ਬਾਅਦ, ਤੇ ਜੀ। ਫਿਰ ਘਰ ਆਣਾ ਹੈ। ਬਟ ਹੁਣ ਜਿਵੇਂ ਜੌਬ ਮੇਰੀ ਲੇਟ ਫਿਨਿਸ਼ ਹੁੰਦੀ ਹੈ ਤੇ ਹੁਣ ਫਿਰ ਸਵੇਰ ਦੀ ਟਾਈਮਿੰਗ ਰੱਖ ਲਈ ਹੈ ਤੇ ਹੁਣ ਮੈਂ ਸਵੇਰੇ ਜਾਣਾ ਸ਼ੁਰੂ ਕੀਤਾ। ਤੇ ਨਾਰਮਲੀ ਪਹਿਲਾਂ ਨਹੀਂ ਮੈਂ ਰਾਤ ਨੂੰ ਜਾਂਦੀ ਸੀ। ਆਈ ਥਿੰਕ ਇਹ ਵੀ ਕੋਈ ਚੀਜ਼ ਮੈਟਰ ਨਹੀਂ ਨਾ ਕਰਦੀ ਕਿ ਸਵੇਰੇ ਜਾਂਦੇ ਹੋ ਤੁਸੀਂ ਨਹੀਂ ਸ਼ਾਮੀ ਜਾਂਦੇ ਹੋ, ਕਿਉਂਕਿ ਕਈਆਂ ਕਿਉਂਕਿ ਦਾ ਇਹ ਸਾਡੇ ਵੀ ਕੋਲ ਸਵਾਲ ਟਾਈਮ ਹੁੰਦਾ ਨਹੀਂ ਕਿ ਸਵੇਰੇ, ਹੁੰਦਾ। ਕਈਆਂ ਦਾ ਨਾ ਇਹ ਸਵਾਲ ਹੁੰਦਾ ਕਿ ਸਾਨੂੰ ਸਵੇਰੇ, ਆਪਣੇ ਇੰਡੀਆ 'ਚ ਵੀ ਹੁੰਦਾ ਨਾ, ਜੇ ਦੁਪਹਿਰ ਨੂੰ ਤੁਸੀਂ ਸੈਰ ਕਰ ਰਹੇ ਹੋ ਤਾਂ ਕਹਿੰਦੇ ਕਮਲਾ ਹੋਇਆ, ਸਵੇਰੇ ਸੈਰ ਕਰੀਦੀ ਹੁੰਦੀ ਹੈ। ਜੀ ਆਪਣੇ ਇੰਡੀਆ 'ਚ ਉਦਾਂ ਵੀ ਚੱਲਦਾ ਨਾ। ਆਪਣੇ ਇੰਡੀਆ 'ਚ ਕੀ ਹੈ ਕਿ ਜੇ ਤੁਸੀਂ ਜਿਮ 'ਚ ਪਾਣੀ ਪੀ ਲਓ ਨਾ, ਉਹ ਤੁਹਾਨੂੰ ਪਾਣੀ ਪੀਣ ਤੋਂ ਵੀ ਰੋਕ ਦਿੰਦੇ ਨੇ ਕਿ ਪਾਣੀ ਪੀ ਜਾਣਾ ਓਏ। ਤੁਸੀਂ ਜਿਮ ਜਿਮ ਇੰਡੀਆ 'ਚ ਅਸੀਂ ਜਿਮ ਜਾਂਦੇ ਹੁੰਦੇ ਸੀ ਨਾ, ਗੇਮ ਕਰਨੀ ਸੀ ਜਦੋਂ, ਤੇ ਜਿਮ 'ਚ ਉਹਨਾਂ ਨੇ ਲਾਇਆ ਹੁੰਦਾ ਸੀ ਕਿ ਤੁਸੀਂ ਪਾਣੀ ਨਹੀਂ ਪੀ ਸਕਦੇ। ਮਤਲਬ ਅੱਛਾ ਉੱਥੇ ਟੋਟਲੀ ਡਿਫਰੈਂਟ ਕਨਸੈਪਟ ਹੀ ਚੱਲਦਾ। ਇੱਥੇ ਕਹਿੰਦੇ ਨੇ ਤੁਸੀਂ ਬੋਤਲ ਤੋਂ ਬਿਨਾਂ ਆਣਾ ਨਹੀਂ ਪਾਣੀ ਦਿਓ, ਤੇ ਉੱਥੇ ਚੱਲਦਾ। ਤੇ ਪਾਣੀ ਦਾ ਕਿੰਨਾ ਕੁ ਰੋਲ ਹੈ ਡਿਊਰਿੰਗ ਦਾ ਵਰਕਆਊਟ ਜੀ? ਵੀ ਮੈਂ ਤੇ ਪੀਨੀ ਆ ਜਦੋਂ ਕਈ ਵਾਰੀ ਹੁੰਦਾ ਨਾ ਤੁਸੀਂ ਵਰਕਆਊਟ ਕਰਕੇ ਬੜਾ ਜ਼ਿਆਦਾ ਐਗਜ਼ੌਸਟ ਹੋ ਜਾਂਦੇ ਆ ਨਾ, ਸੋ ਪਾਣੀ ਪੀਣਾ ਤੁਹਾਨੂੰ ਥੋੜਾ ਜਿਹਾ ਕਾਮਨੈਸ ਆਉਂਦੀ ਆ, ਤੁਹਾਡੀ ਹਾਰਟ ਬੀਟ ਥੋੜੀ ਨਾਰਮਲ ਹੁੰਦੀ ਹੈ ਨਾ, ਜੀ। ਤੇ ਤੁਹਾਨੂੰ ਥੋੜਾ ਜਿਹਾ ਤੇ ਰਿਲੈਕਸ ਹੋ ਤੇ ਜਾਂਦੀ ਹੈ ਇੱਕ ਹੁੰਦਾ ਬੋਡੀ। ਕਿ ਵਰਕਆਊਟ ਦੇ ਵਿੱਚ ਤੁਸੀਂ ਬ੍ਰੇਕਸ ਕਿੰਨੀਆਂ ਲੈਂਦੇ ਹੋ? ਮਤਲਬ ਇੱਕ ਸੈੱਟ ਲਾਇਆ ਤੇ ਉਸ ਤੋਂ ਬਾਅਦ ਤੁਹਾਡੀ ਮਤਲਬ ਤੁਸੀਂ ਲਾਇਆ ਜੋ ਇੱਕ ਇੱਕ ਕੰਪਲੀਟ ਕਰ ਲਿਆ ਸੈੱਟ, ਉਸ ਤੋਂ ਬਾਅਦ ਕਿੰਨੀ ਕੁ ਬ੍ਰੇਕ ਹੋਣੀ ਚਾਹੀਦੀ ਹੈ? ਕਿ ਆਪਾਂ ਨੂੰ ਕੰਟੀਨਿਊ ਲਗਾਤਾਰ ਲੱਗਣਾ ਚਾਹੀਦਾ ਕਿ ਬ੍ਰੇਕ ਆਪਾਂ ਲੈ ਲੈ ਕੇ ਚੱਲ ਸਕਦੇ ਹਾਂ? ਬ੍ਰੇਕ ਤੇ ਜ਼ਰੂਰ ਲਾਣੀ ਹੈ, ਬ੍ਰੇਕ ਨਹੀਂ ਲਵਾਂਗੇ ਤੇ ਫਿਰ ਸਾਡੀ ਬੋਡੀ ਦੁਬਾਰਾ ਉਸ ਨਹੀਂ, ਚੀਜ਼ ਬ੍ਰੇਕ ਨੂੰ ਕਹਿਣ ਆਪਾਂ। ਤੋਂ ਭਾਵ ਹੈ ਕਿ ਕਿੰਨੀ ਕੁ ਵੱਡੀ ਬ੍ਰੇਕ ਹੋਣੀ ਚਾਹੀਦੀ ਹੈ? 10 1 ਮਿੰਟ ਹੋ ਗਿਆ, 2 ਮਿੰਟ ਹੋ ਗਿਆ, ਕੁਝ ਲੋਕ ਹੈ ਕਿ 5 6 ਮਿੰਟ ਦੀ ਵੀ ਬ੍ਰੇਕ ਲੈ ਲੈਂਦੇ ਨੇ, ਫਿਰ ਲੱਗ ਕੇ ਆਈ ਥਿੰਕ 2 ਮੈਸੇजेस ਕਰਨ ਮਿੰਟ ਲੱਗ ਦੀ ਜਾਣੇ। ਬ੍ਰੇਕ ਮੋਰ ਦੈਨ ਇਨਫ ਆ। 2 ਮਿੰਟ ਕਾਫੀ ਹੁੰਦੇ ਆ ਦੁਬਾਰਾ ਜੀ। ਤੁਹਾਨੂੰ ਐਕਸਰਸਾਈਜ਼ ਕਰਨ ਲਈ। ਉਸ ਤੋਂ ਜ਼ਿਆਦਾ ਨਹੀਂ ਲੈਣੀ ਚਾਹੀਦੀ, ਅਦਰਵਾਈਜ਼ ਆਪਾਂ ਟਾਈਮ ਵੇਸਟ ਕਰ ਰਹੇ ਹਾਂ, ਫਿਰ ਉਨਾ ਹੀ ਜ਼ਿਆਦਾ ਟਾਈਮ ਲੱਗੂਗਾ ਸਾਨੂੰ ਵਰਕਆਊਟ ਫਿਨਿਸ਼ ਕਰਨ ਵਿੱਚ। ਪਰ ਉਹਦੇ ਨਾਲ ਤੁਹਾਡੇ ਹਿਸਾਬ ਨਾਲ ਉਹ ਵਰਕਆਊਟ ਦੇ ਵਿੱਚ ਉਹਦੀ ਕੁਆਲਿਟੀ ਵਰਕਆਊਟ ਦੀ ਵੀ ਘਟਦੀ ਹੈ ਕਿ ਨਹੀਂ ਘਟਦੀ ਜੀ, ਜੇ ਆਪਾਂ ਬ੍ਰੇਕ ਵੱਡੀਆਂ ਲੈਂਦੇ ਹਾਂ? ਬਿਲਕੁਲ ਸਾਡਾ ਧਿਆਨ ਥੋੜਾ ਡਾਇਵਰਟ ਹੋ ਜਾਂਦਾ ਹੈ ਨਾ, ਤਾਂ ਆਪਣੇ ਮਸਲ ਦੀ ਜਿਹੜੀ ਮੈਮਰੀ ਉਹ ਵੀ ਦੁਬਾਰਾ ਆਪਾਂ ਨੂੰ ਹੁੰਦਾ ਕਿ ਯਾਰ ਮਸਲ ਥੋੜਾ ਰਿਲੈਕਸ ਜ਼ਿਆਦਾ ਹੋ ਜਾਂਦਾ ਹੈ। ਤੇ ਉਸ ਵੇਲੇ ਪੰਪ ਹੋਇਆ ਹੁੰਦਾ ਮਸਲ ਦੇ ਨਾਲ ਤੁਸੀਂ ਐਕਸਰਸਾਈਜ਼ ਕਰੀ ਜਾਓਗੇ ਤੇ ਰਿਜ਼ਲਟਸ ਤੁਹਾਨੂੰ ਵਧੀਆ ਮਿਲਣਗੇ ਨਾ। ਜ਼ਿਆਦਾ ਤੇ ਬ੍ਰੇਕਸ ਨਹੀਂ ਲੈਣੀ ਇਹ ਚਾਹੀਦੀਆਂ। ਸੰਦੀਪ, ਯੋਗਾ ਬਾਰੇ ਕੀ ਵਿਚਾਰ ਹੈ? ਯੋਗਾ ਵੀ ਮੈਡੀਟੇਸ਼ਨ ਨਾਲ ਯੋਗਾ ਨੂੰ ਜੋੜ ਦਿੰਦੇ ਆ, ਪਰ ਇਹ ਯੋਗਾ 'ਚ ਹੋਰ ਬਹੁਤ ਚੀਜ਼ਾਂ ਹੁੰਦੀਆਂ, ਕਿ ਉਹਦੇ ਬਾਰੇ ਕੀ ਵਿਚਾਰ ਹੈ? ਤੁਸੀਂ ਕਰਦੇ ਹੋ ਯੋਗਾ ਕਿ ਇਜ਼ ਨਹੀਂ? ਰੀਅਲੀ ਬੈਨੀਫਿਸ਼ੀਅਲ। ਨਹੀਂ ਮੈਂ ਨਹੀਂ ਕਰਦੀ ਸੰਦੀਪ ਵਿੱਚ ਕਾਲ ਕਿਉਂਕਿ ਆਉਂਦੀ ਇੰਨਾ ਆ, ਆਪਾਂ ਕਾਲ ਲੈਂਦੇ ਹਾਂ ਇੱਕ ਜੀ। ਜੀ 0864, ਸਤਿ ਸ਼੍ਰੀ ਅਕਾਲ ਜੀ, ਤੁਸੀਂ ਸਾਡੇ ਨਾਲੋਂ। ਹੈਲੋ ਹੈਲੋ ਹੈਲੋ, ਹਾਂਜੀ ਵੀਰ ਜੀ ਬੋਲੋ। ਹੈਲੋ ਹੈਲੋ ਹੈਲੋ। ਮੈਨੂੰ ਲੱਗਦਾ ਅੱਜ ਕੋਈ ਕਾਲਾਂ ਮਿਲ ਨਹੀਂ ਰਹੀਆਂ, ਕਾਲ ਕਰ ਰਹੇ ਨੇ, ਬੋਲ ਨਹੀਂ ਰਹੇ। ਵੈਸੇ ਮੈਨੂੰ ਲੱਗਦਾ ਤੁਹਾਡੀ ਆਵਾਜ਼ ਸੁਣਨੀ ਹੋਣੀ ਉਹਨਾਂ ਨੇ, ਇੱਧਰੋਂ ਮੈਂ ਬੋਲੀ ਜਾਂਦਾ ਨਾ। ਜੀ। ਤੇ ਅੱਜ ਕੱਲ ਦਾ ਮੇਰਾ ਨੰਬਰ ਹੈ। ਹਾਂ, ਉਹਨਾਂ ਨੂੰ ਲੱਗਦਾ ਤੁਹਾਡਾ ਨੰਬਰ ਹੈ, ਨੰਬਰ ਤੁਹਾਡਾ ਨਹੀਂ ਹੈ ਵੀਰੇ, ਮੈਂ ਬੋਲਦਾ। ਮੇਰੇ 'ਚ ਵਿੱਚੋਂ ਆਵਾਜ਼ ਤੁਹਾਨੂੰ ਜ਼ਰੂਰ ਸੰਦੀਪ ਜੀ ਦੀ ਸੁਣ ਜਾਓਗੀ, ਤੁਸੀਂ ਲਾ ਲਓ ਕਾਲ, ਕੋਈ ਚੱਕਰ ਨਹੀਂ ਹੈ। ਤੇ ਸੰਦੀਪ, ਹੋਰ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਜਿੰਨੇ ਵੀ ਆਪਣੀਆਂ ਬੀਬੀਆਂ ਭੈਣਾਂ ਜਾਂ ਬਾਈ ਹੋਣੀ ਸ਼ੁਰੂ ਕਰਨ ਦੀ ਸੋਚ ਰਹੇ ਆ ਜਿਮ ਨੂੰ,
ਤੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਕਿ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕੀ ਕਰਨਾ ਚਾਹੀਦਾ, ਕਿੱਥੋਂ ਸ਼ੁਰੂ ਕਰਨਾ ਚਾਹੀਦਾ, ਕੀ ਚੀਜ਼ ਦਾ ਦੇਖਣ ਦੀ ਧਿਆਨ ਹੈ, ਕਿ ਪ੍ਰੋਟੀਨ ਪਾਊਡਰ ਪਹਿਲਾਂ ਲੈਣਾ ਚਾਹੀਦਾ ਕਿ ਲੈਣ ਦੀ ਲੋੜ ਨਹੀਂ ਹੈ ਇਸ ਸਟੇਜ ਤੇ? ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਅਕੋਰਡਿੰਗ ਟੂ ਯੂਰ ਐਕਸਪੀਰੀਅੰਸ? ਮੈਂ ਤਾਂ ਇਹੀ ਕਹਿਣਾ ਚਾਹੁੰਦੀ ਇਟਸ ਨੈਵਰ ਟੂ ਲੇਟ ਟੂ ਸਟਾਰਟ ਐਨੀਥਿੰਗ। ਤੇ ਜਿੰਨੀ ਜਲਦੀ ਹੋ ਸਕਦਾ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ, ਬਿਕੋਜ਼ ਹੈਲਥ ਇਜ਼ ਵੈਲਥ। ਬਾਕੀ ਚੀਜ਼ਾਂ ਬਾਅਦ ਚ ਆਉਂਦੀਆਂ ਹੈ। ਤੇ ਜੇ ਤੁਹਾਡੀ ਸਿਹਤ ਤੰਦਰੁਸਤ ਹੈ ਤੁਸੀਂ ਖੁਸ਼ ਰਹੋਗੇ, ਤੇ ਬਾਕੀ ਆਲੇ ਦੁਆਲੇ ਜਿਹੜੇ ਤੁਹਾਡੇ ਲੋਕ ਉਹਨਾਂ ਨੂੰ ਵੀ ਖੁਸ਼ ਰੱਖੋਗੇ। ਤੇ ਜੀ ਉੱਤੇ ਫੋਕਸ ਕਰੋ, ਤੇ ਆਪਣਾ ਮਾਈਂਡ ਸਟਰੋਂਗ ਰੱਖੋ, ਬੋਡੀ ਸਟਰੋਂਗ ਰੱਖੋ, ਵਧੀਆ ਖਾਣਾ ਪੀਣਾ ਖਾਓ। ਬਸ ਆਹੀ ਜ਼ਿੰਦਗੀ ਹੈ, ਹੋਰ ਇੱਥੋਂ ਕੀ ਲੈ ਜਾਣਾ ਸੀ। ਇਹ ਵੀ ਗੱਲ ਸਹੀ ਹੈ ਬਿਲਕੁਲ ਸੰਦੀਪ, ਬਹੁਤ ਧੰਨਵਾਦ, ਥੈਂਕ ਯੂ ਤੁਸੀਂ ਸਾਡੇ ਨਾਲ ਜੁੜੇ ਹੋ ਸੰਦੀਪ। ਤੇ ਇਹ ਵੀ ਨਾਲ ਨਾਲ ਆਪਾਂ ਜ਼ਰੂਰ ਦੱਸ ਦਈਏ ਕਿ ਨੈਗੇਟਿਵ ਕਮੈਂਟ ਆਉਂਦੇ ਰਹਿਣੇ ਆ, ਸ਼ੁਰੂ ਤੋਂ ਆਉਂਦੇ ਰਹੇ ਆ, ਪਹਿਲਾਂ ਤੋਂ ਆਉਂਦੇ ਰਹੇ ਆ, ਬਾਅਦ ਚੋਂ ਵੀ ਆਉਂਦੇ ਰਹਿਣੇ ਆ। ਇਹਨਾਂ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਤੇ ਆਪਣੀਆਂ ਸਾਰੀਆਂ ਬੀਬੀਆਂ ਭੈਣਾਂ ਨੂੰ ਅੱਗੇ ਵਧਣਾ ਚਾਹੀਦਾ ਤੇ ਸਾਨੂੰ ਜ਼ਿਆਦਾ ਲੋੜ ਹੈ ਤੁਹਾਡੇ ਵਰਗਿਆਂ ਦੀ। ਤੇ ਥੈਂਕ ਯੂ ਹਾਂਜੀ ਸੰਦੀਪ, ਬਿਲਕੁਲ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਜੁੜੇ ਹੋ ਥੈਂਕ ਯੂ। ਤੇ ਆਪਾਂ ਜ਼ਰੂਰ ਗੱਲ ਕਰਦੇ ਰਵਾਂਗੇ ਇਨ ਫਿਊਚਰ ਵੀ। ਤੇ ਥੈਂਕਸ ਅਲੋਟ ਸੰਦੀਪ, ਡੈਫੀਨਿਟਲੀ। ਥੈਂਕ ਯੂ ਜੀ, ਥੈਂਕ ਯੂ ਸਤਿ ਜੀ ਸ਼੍ਰੀ ਤੁਹਾਡਾ। ਅਕਾਲ, ਸਤਿ ਸ਼੍ਰੀ ਅਕਾਲ ਜੀ। ਓਕੇ ਤੇ ਸਤਿ ਸ਼੍ਰੀ ਅਕਾਲ ਸੰਦੀਪ ਜੀ, ਬਾਏ। ਬਾਏ। ਤੇ